ਅਸੀਂ ਕਈ ਵਾਰ ਉੱਠਦੇ ਬੈਠਦੇ ਗੱਲਾਂ 'ਚ ਇੱਕ ਦੂਜੇ ਨੂੰ ਕਹਿ ਬੈਠਦੇ ਹਾਂ ਕਿ ਤੇਰੇ ਪਿਓ ਦਾ ਰਾਜ ਹੈ, ਪਰ ਜਿਹੜੀ ਖਬਰ ਤੁਹਾਡੇ ਸਾਹਮਣੇ ਅੱਜ ਅਸੀਂ ਪੇਸ਼ ਕਰਨ ਲੱਗੇ ਹਾਂ ਸਬੂਤਾਂ ਦੇ ਨਾਲ, ਉਹ ਦੇਖ ਕੇ ਤੁਸੀਂ ਵਾਕਈ ਮਹਿਸੂਸ ਕਰੋਗੇ ਕਿ ਪਿਓ ਦਾ ਰਾਜ ਹੈ। ਪਰ ਇੱਕ ਗੱਲ ਤੁਹਾਡੇ ਸਾਹਮਣੇ ਮੈਂ ਹੋਰ ਸਾਫ਼ ਕਰਨੀ ਚਾਹਾਂਗਾ ਕਿ ਸਿਰਫ ਪਿਓ ਦਾ ਨਹੀਂ, ਇਹ ਖਬਰ ਦੇਖਣ ਤੋਂ ਬਾਅਦ ਤੁਸੀਂ ਇੱਕ ਗੱਲ ਹੋਰ ਮਹਿਸੂਸ ਕਰੋਗੇ ਕਿ ਪਿਓ ਦੇ ਯਾਰਾਂ ਦੋਸਤਾਂ ਦਾ ਵੀ ਪੂਰਾ ਰਾਜ ਦੇਖਣ ਨੂੰ ਮਿਲਦਾ ਹੈ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਰਟੀਆਈ ਐਕਟਿਵਿਸਟ ਡਾਕਟਰ ਆਰ.ਕੇ. ਸਿੰਗਲਾ ਜੀ। ਸਰ ਤੁਹਾਡਾ ਬਹੁਤ ਸਵਾਗਤ ਹੈ। बहुत बहुत शुक्रिया। ਸਿੰਗਲਾ ਸਾਹਿਬ ਨਾਲ ਅਸੀਂ ਪਿਛਲੀ ਰਿਪੋर्ट ਕੀਤੀ ਸੀ ਸੀਮੈਂਟ ਘੋਟਾਲਾ। ਜੀ ਹਾਂ, ਪੰਜਾਬ ਯੂਨੀਵਰਸਿਟੀ ਦਾ ਸੀਮੈਂਟ ਘੋਟਾਲਾ, ਤੇ ਤੁਹਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਹੋਰ ਪੰਜਾਬ ਯੂਨੀਵਰਸਿਟੀ ਦੇ ਨਾਲ ਜਾਂ ਉਸ ਦੇ ਨਾਲ ਜੁੜੇ ਕਾਲਜਾਂ ਦੇ ਵੱਡੇ ਖੁਲਾਸੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਉਹਨਾਂ ਚੋਰੀਆਂ ਨੂੰ ਬੇਨਕਾਬ ਕਰਾਂਗੇ ਜੋ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਸਿੰਗਲਾ ਸਰ, ਤੁਸੀਂ ਕਹਿ ਰਹੇ ਸੀ ਗੱਲਾਂ ਬਾਤਾਂ 'ਚ ਬਈ ਅੱਜ ਦੀ ਕਹਾਣੀ ਹੈ ਵੀ ਪਿਓ ਦਾ ਰਾਜ, ਮਾਮਲਾ ਕੀ ਹੈ ਸਰ? ਇਹ ਮਾਮਲਾ ਹੈ ਜੀ, ਜਦੋਂ ਵੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਕਿਸੇ ਲੈਕਚਰਰ ਦੀ ਨਿਯੁਕਤੀ ਹੁੰਦੀ ਹੈ ਤਾਂ ਉਹਦੇ ਲਈ ਬਕਾਇਦਾ ਕੋਈ ਪ੍ਰੈਸਕ੍ਰਾਈਬਡ ਪ੍ਰੋਸੀਜਰ ਹੈ, ਸਟੈਂਡਰਡ ਰੂਲਸ ਰੈਗੂਲੇਸ਼ਨ ਹੈ ਜੀ। ਲੇਕਿਨ ਇਹ ਇੱਕ ਅਜਿਹਾ ਕੇਸ ਹੈ ਜਿਸ ਦੇ ਵਿੱਚ ਇੱਕ ਕਾਲਜ ਦੇ ਵਿੱਚ ਪ੍ਰਿੰਸੀਪਲ ਨੇ ਕਿਵੇਂ ਯੂਨੀਵਰਸਿਟੀ ਦੇ, ਗਵਰਨਮੈਂਟ ਦੇ, UGC ਦੇ ਸਾਰੇ ਰੂਲ ਰੈਗੂਲੇਸ਼ਨ ਦੇ ਧੱਜੇ ਉਡਾ ਕੇ ਆਪਣੀ ਬੇਟੀ ਨੂੰ ਬਤੌਰ ਅਸਿਸਟੈਂਟ ਪ੍ਰੋਫੈਸਰ ਫਿਟ ਕਰਵਾਇਆ। ਹਾਲਾਂਕਿ ਇਸ ਮਾਮਲੇ ਦੀ ਸ਼ਿਕਾਇਤ ਮੈਂ ਪੁਲਿਸ, ਵਿਜੀਲੈਂਸ, CBI, UGC, MHRD ਸ਼ਾਇਦ ਕੋਈ ਵੀ ਜਗ੍ਹਾ ਨਾ ਛੱਡੀ ਹੋਵੇ ਜਿੱਥੇ ਨਾ ਕੀਤੀ ਹੋ, ਪਰ ਇਸ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਹੋਇਆ ਕਿਉਂਕਿ ਪਿਓ ਦਾ ਹੀ ਰਾਜ ਹੈ। ਕੀ ਬਾਤ ਹੈ ਸਰ। ਇਹ ਜਿਹੜੀਆਂ ਤੁਸੀਂ ਗੱਲਾਂ ਸਾਰੀਆਂ ਕਹੀਆਂ ਨੇ ਜਾਂ ਤੁਸੀਂ ਇਸ਼ਾਰਾ ਕਰ ਰਹੇ ਹੋ, ਹਾਂਜੀ, ਆਪਣੇ ਕੋਲ ਫੈਕਟਸ, ਡਾਕੂਮੈਂਟਸ ਸਾਰਾ ਕੁਝ ਹੈਗਾ? ਹਾਂਜੀ, ਇਹਦੇ ਵਿੱਚ ਤਾਂ ਕੋਈ ਫੁੱਲ ਸਟਾਪ ਤੇ ਕੌਮੇ ਦੀ ਵੀ ਗੁੰਜਾਇਸ਼ ਨਹੀਂ ਜਿਹਦੇ ਮੈਂ RTA ਦੇ ਵਿੱਚ ਸਬੂਤ ਇਕੱਠੇ ਨਾ ਕੀਤੇ ਹੋਣ, ਕਿਉਂਕਿ ਇਹ ਕਹਾਣੀ ਪਿਛਲੇ 13 ਸਾਲਾਂ ਦੀ ਹੈ, 2009 ਤੋਂ ਲੈ ਕੇ 2022 ਤੱਕ ਦੀ। ਔਰ ਇਹਨਾਂ 13 ਸਾਲਾਂ ਦੇ ਦੌਰਾਨ ਮੈਂ ਪੰਜਾਬ ਯੂਨੀਵਰਸਿਟੀ, DAV ਕਾਲਜ, UGC, MHRD, ਗਵਰਨਮੈਂਟ ਆਫ ਮੇਘਾਲਿਆ ਬਕਾਇਦਾ ਹਰ ਇੱਕ ਜਗ੍ਹਾ ਤੋਂ ਸਬੂਤ ਇਕੱਠੇ ਕੀਤੇ ਨੇ ਜਿਹਦੇ ਆਧਾਰ ਤੇ ਇਹ ਸਾਰਾ ਮਾਮਲਾ ਉਜਾਗਰ ਹੋਇਆ। ਫਿਰ ਬਿਨਾਂ ਦੇਰੀ ਤੋਂ ਅਸੀਂ ਕਿਉਂ ਨਾ ਦਰਸ਼ਕਾਂ ਨੂੰ ਵੀ ਦੱਸੀਏ ਵੀ ਆਖਰ ਮਾਮਲਾ ਹੈ ਕੀ? ਇਹ ਮਾਮਲਾ ਹੈ ਜੀ, ਇਸ ਦੀ ਸ਼ੁਰੂਆਤ 2009 ਦੇ ਵਿੱਚ ਹੋਈ ਜੀ। 2009 ਦੇ ਵਿੱਚ ਖਬਰ ਲੱਗੀ ਸੀ, ਆ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਜੀ, ਦੈਨਿਕ ਭਾਸਕਰ ਦੇ ਵਿੱਚ। ਜੀ। ਇਸ ਤੋਂ ਇਹ ਪਤਾ ਲੱਗਿਆ ਸੀ ਕਿ ਕਾਲਜ ਦੇ ਪ੍ਰਿੰਸੀਪਲ ਨੇ ਜੀ ਆਪਣੀ ਬੇਟੀ ਨੂੰ ਜੀ ਇਸੇ ਕਾਲਜ ਦੇ ਵਿੱਚ ਲੈਕਚਰਰ ਲਗਵਾਇਆ। ਕਾਲਜ ਹੈ DAV ਕਾਲਜ ਸੈਕਟਰ 10 ਚੰਡੀਗੜ੍ਹ। ਪ੍ਰਿੰਸੀਪਲ ਸੀਗੇ ਡਾਕਟਰ BC ਜੋਸਨ ਤੇ ਉਹਨਾਂ ਦੀ ਬੇਟੀ ਦਾ ਨਾਮ ਹੈ ਮਨਦੀਪ ਜੋਸਨ ਜੀ, ਜਿਸ ਨੇ 2009 ਦੇ ਵਿੱਚ MSc ਕੀਤੀ ਔਰ 2009 ਦੀ ਖਬਰ ਹੈ ਕਿ ਉਸ ਨੂੰ ਲੈਕਚਰਰ ਲਵਾ ਲਿਆ। ਸਭ ਤੋਂ ਪਹਿਲੀ ਗੱਲ ਇਹ ਸੀ ਕਿ ਲੈਕਚਰਰ ਲੱਗਣ ਲਈ ਪੋਸਟ ਗ੍ਰੈਜੂਏਸ਼ਨ ਦੇ ਇਲਾਵਾ ਦੋ ਚੋਂ ਇੱਕ ਚੀਜ਼ ਹੋਣੀ ਜ਼ਰੂਰੀ ਹੈ UGC ਰੂਲਸ ਦੇ ਮੁਤਾਬਕ, ਜਾਂ PhD ਜਾਂ UGC ਨੈਟ ਪਾਸ। ਨਾ ਹੀ ਉਹਨੇ ਨੈਟ ਪਾਸ ਕੀਤਾ ਸੀ ਤੇ ਨਾ ਹੀ ਉਸ ਕੋਲ PhD ਦੀ ਡਿਗਰੀ ਸੀ। ਤਾਂ ਸਵਾਲ ਆਇਆ ਕਿ ਜਦੋਂ ਐਲੀਜੀਬਿਲਟੀ ਨਹੀਂ ਲੈਕਚਰਰ ਲਗਵਾ ਕੇ ਮਿਲਿਆ, ਉਸ ਨੂੰ ਦੇਖਦੇ ਹੋਏ ਫਿਰ ਮੈਂ ਪੰਜਾਬ ਯੂਨੀਵਰਸਿਟੀ ਨੂੰ RTA ਪਾਈ ਤੇ ਪੁੱਛਿਆ ਕਿ ਇਸ ਨੂੰ ਕਿਵੇਂ ਲੈਕਚਰਰ ਲਗਵਾਇਆ, ਤੇ ਇਹ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਜਵਾਬ ਆਇਆ ਕਿ ਜਿਵੇਂ ਵੀ ਲਗਵਾਇਆ ਇਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਡਿਊਲੀ ਕਨਸਟੀਟਿਊਟਡ ਸਿਲੈਕਸ਼ਨ ਕਮੇਟੀ ਨੇ ਉਹਨੂੰ ਲਾਇਆ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਮੇਰੀ RTA ਪਾਉਂਦੇ ਹੀ ਉਸ ਨੂੰ ਕਾਲਜ ਚੋਂ ਕੱਢ ਦਿੱਤਾ ਗਿਆ। ਜਿੱਥੇ ਇੱਕ ਪਾਸੇ RTA ਪਾਉਂਦੇ ਲੈਕਚਰਰ ਨੂੰ ਕਾਲਜ ਤੋਂ ਕੱਢ ਦਿੱਤਾ ਜਾਂਦਾ ਹੈ, ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਜਵਾਬ ਦਿੰਦੀ ਹੈ ਕਿ ਪ੍ਰੋਪਰ ਪ੍ਰੋਸੀਜਰ ਨਾਲ ਸਿਲੈਕਸ਼ਨ ਹੋਈ ਹੈ। ਜੇ ਸਿਲੈਕਸ਼ਨ ਪ੍ਰੋਪਰ ਪ੍ਰੋਸੀਜਰ ਨਾਲ ਹੋਈ ਸੀ ਤਾਂ ਕਾਲਜ ਨੂੰ ਲੈਕਚਰਰ ਨੂੰ ਕੱਢਣਾ ਕਿਉਂ ਪਿਆ? ਖਾਸ ਕਰਕੇ ਉਹ ਵੀ ਜੋ ਕੋਈ ਆਮ ਵਿਅਕਤੀ ਨਹੀਂ ਬਲਕਿ ਖੁਦ ਪ੍ਰਿੰਸੀਪਲ ਦੀ ਆਪਣੀ ਬੇਟੀ ਸੀ। ਫਿਰ ਕੱਢਣ ਦੀ ਲੋੜ ਕਿਉਂ ਪਈ? ਫਿਰ ਕੱਢਣ ਦੀ ਲੋੜ ਇਸ ਕਰਕੇ ਪਈ ਜੀ ਕਿਉਂਕਿ RTA ਦੇ ਵਿੱਚ ਮੈਂ ਪੁੱਛਿਆ ਨਹੀਂ, ਲੇਕਿਨ ਯੂਨੀਵਰਸਿਟੀ ਤਾਂ ਕਹਿੰਦੀ ਹੈ ਪ੍ਰੋਸੀਜਰ ਫਾਲੋ ਕੀਤਾ ਹੈ। ਲੇਕਿਨ ਯੂਨੀਵਰਸਿਟੀ ਨੇ ਇੱਕ ਕਾਗਜ਼ ਦੇ ਵਿੱਚ ਇਹ ਤਾਂ ਕਹਿਤਾ ਪ੍ਰੋਸੀਜਰ ਫਾਲੋ ਕੀਤਾ ਹੈ, ਪਰ ਮੈਂ ਇਹ ਵੀ ਪੁੱਛਿਆ ਸੀ ਕਿ ਐਡਵਰਟਾਈਜ਼ਮੈਂਟ ਕਿੱਥੇ ਹੈ ਜਿਹਦੇ ਰਾਹੀਂ ਲੋਕਾਂ ਤੋਂ ਐਪਲੀਕੇਸ਼ਨਾਂ ਲਈਆਂ, ਸਿਲੈਕਸ਼ਨ ਕਮੇਟੀ ਦੀ ਪ੍ਰੋਸੀਡਿੰਗਸ, ਉਸ ਦਾ ਬਾਇਓਡਾਟਾ ਤੇ ਐਲੀਜੀਬਿਲਟੀ ਦੇ ਤੌਰ ਤੇ UGC ਨੈਟ ਪਾਸ ਦਾ ਸਰਟੀਫਿਕੇਟ ਜਾਂ PhD ਦੀ ਡਿਗਰੀ। ਸਿਰਫ ਇੱਕ ਲਾਈਨ ਲਿਖਣ ਨਾਲ ਛੁਟਕਾਰਾ ਨਹੀਂ ਸੀ ਹੋਣਾ, ਸਾਰੇ ਸਬੂਤ ਵੀ ਦੇਣੇ ਪੈਣੇ ਸੀ, ਜਿਸ ਦੇ ਕਾਰਨ ਇੱਥੋਂ ਤਾਂ ਯੂਨੀਵਰਸਿਟੀ ਨੇ ਮੈਨੂੰ ਜਵਾਬ ਦੇ ਕੇ ਖੜਾ ਛੁਡਾ ਲਿਆ, ਪਰ ਦੂਜੇ ਪਾਸੇ ਇੰਡੀਕੇਸ਼ਨ ਦਿੱਤੀ ਹੋਈ ਕਿ ਹੁਣ ਕੱਢਣ 'ਚ ਹੀ ਭਲਾ ਹੈ ਕਿਉਂਕਿ ਆਪਾਂ ਇਹ ਸਬੂਤ ਕ੍ਰੀਏਟ ਨਹੀਂ ਕਰ ਸਕਦੇ। ਮੰਨਿਆ ਜਾਵੇ ਵੀ ਜਦੋਂ ਮੈਡਮ ਮਨਦੀਪ ਜੋਸਨ ਨੂੰ DAV ਕਾਲਜ ਤੋਂ ਕੱਢ ਦਿੱਤਾ ਗਿਆ ਤੁਹਾਡੀ RTA ਤੋਂ ਬਾਅਦ, ਹਾਂਜੀ, ਤੇ ਇੱਥੇ ਕਹਾਣੀ ਖਤਮ ਹੋ ਗਈ। ਲੱਗਦਾ ਸੀ ਇਹ ਕਹਾਣੀ ਖਤਮ ਹੋ ਜਾਏਗੀ, ਪਰ ਇਹ ਕਹਾਣੀ ਖਤਮ ਨਹੀਂ ਹੋਈ ਕਿਉਂਕਿ ਹੁਣ ਇਹ ਚੀਜ਼ ਸਪਸ਼ਟ ਸੀ ਕਿ ਕਿਉਂਕਿ ਮੈਂ RTA ਪਾਤੀ ਤੇ ਸੱਚਾਈ ਸਾਹਮਣੇ ਆਏਗੀ। ਇੱਕ ਚੀਜ਼ ਜ਼ਰੂਰੀ ਸੀ, ਜਾਂ ਤਾਂ UGC ਨੈਟ ਦਾ ਪਾਸ ਕਰਨਾ ਜਾਂ PhD ਲੈਣਾ। UGC ਨੈਟ ਤਾਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਦਾਇਰੇ 'ਚ ਨਹੀਂ ਆਉਂਦੀ, ਪਾਸ ਕਰਨੀ ਮੁਸ਼ਕਲ ਸੀ। ਸੋ ਹੁਣ
3 ਸਾਲ ਇੰਤਜ਼ਾਰ ਕਰਨੀ ਪੈਣੀ ਸੀ ਜੀ PhD ਦੀ ਡਿਗਰੀ ਲੈਣ ਲਈ, ਜਿਹੜੇ ਕਿ ਮਿਨੀਮਮ 3 ਸਾਲ ਲੱਗਦੇ ਨੇ। ਸੋ ਇਹ 2009 ਦੀ ਗੱਲ ਹੈ। ਠੀਕ ਹੈ। 3 ਸਾਲ ਉਹ ਪੋਸਟ ਖਾਲੀ ਰੱਖੀ ਗਈ ਤੇ 2012 ਦੇ ਵਿੱਚ ਮਨਦੀਪ ਜੋਸਨ ਨੇ ਇਹ ਡਿਗਰੀ ਲਈ। ਇਹ ਤੁਸੀਂ ਉਹਨਾਂ ਦੀ PhD ਦੀ ਡਿਗਰੀ ਦੇਖ ਸਕਦੇ ਹੋ। CMG ਯੂਨੀਵਰਸਿਟੀ ਮੇਘਾਲਿਆ, ਡਾਕਟਰ ਆਫ ਫਿਲਾਸਫੀ PhD 2012, ਪ੍ਰੋਵੀਜ਼ਨਲ ਸਰਟੀਫਿਕੇਟ ਜੀ 2012 ਚ ਲਈ। 2012 ਲੇਕਿਨ ਤੁਸੀਂ ਕਹਿ ਰਹੇ ਹੋ 3 ਸਾਲ ਉਹ ਪੋਸਟ ਖਾਲੀ ਰੱਖੀ ਗਈ। 3 ਸਾਲ ਉਹ ਪੋਸਟ ਖਾਲੀ ਰਹੀ। ਕਿਸੇ ਨੂੰ ਰੱਖਿਆ ਹੋਵੇ? ਨਹੀਂ, ਨਾ ਐਡ ਦਿੱਤੀ ਤੇ ਨਾ ਕਿਸੇ ਨੂੰ ਰੱਖਿਆ। ਸ਼ਾਇਦ ਹੋ ਸਕਦਾ ਦੇਸ਼ ਦੇ ਵਿੱਚ ਕੋਈ ਕਾਬਲ ਬੰਦਾ ਨਾ ਹੀ ਹੋਵੇ। ਅੱਛਾ, 3 ਸਾਲਾਂ ਚ ਬੰਦਾ ਲੱਭਿਆ ਨਹੀਂ ਇਹਨਾਂ ਨੂੰ ਕਾਬਲ ਕੋਈ? ਬੰਦਾ ਲੱਭਿਆ ਹੀ ਨਹੀਂ। ਅੱਛਾ। ਤੇ ਅਲਟੀਮੇਟਲੀ 3 ਸਾਲ ਬਾਅਦ ਜਦੋਂ ਇਹ ਡਿਗਰੀ, ਇਹ 19 ਦਸੰਬਰ 2012 ਦੀ ਹੈ, 19 ਦਸੰਬਰ 2012 ਨੂੰ ਡਿਗਰੀ ਲਈ ਗਈ ਜੀ। 8 ਜਨਵਰੀ 2013 ਨੂੰ ਐਡ ਦਿੱਤੀ ਗਈ। 14 ਜੂਨ 2013 ਨੂੰ ਮੈਂ ਇੱਕ ਕੰਪਲੇਂਟ ਪਾਈ ਬਕਾਇਦਾ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਸਿਲੈਕਸ਼ਨ ਕਰਨੀ ਸੀ, ਚਾਹੇ ਉਹ ਵਾਈਸ ਚਾਂਸਲਰ ਹੋਣ ਯੂਨੀਵਰਸਿਟੀ ਦੇ, ਜਿਨ੍ਹਾਂ ਦੇ ਨਾਮਨੀ ਜਾਂਦੇ ਨੇ, ਜਿਨ੍ਹਾਂ ਦੇ ਸਬਜੈਕਟ ਐਕਸਪਰਟ ਜਾਂਦੇ ਨੇ, ਗਵਰਨਿੰਗ ਬੋਡੀ DAV ਕਾਲਜ ਦੀ, DAV ਕਾਲਜ ਦੇ ਪ੍ਰਿੰਸੀਪਲ ਵਗੈਰਾ ਸਾਰਿਆਂ ਨੂੰ ਕੰਪਲੇਂਟ ਪਾਈ ਕਿ 16 ਜੂਨ ਨੂੰ ਇੱਕ ਸਿਲੈਕਸ਼ਨ ਹੋ ਰਹੀ ਹੈ ਜੀ, ਜਿਸ ਦੇ ਵਿੱਚ ਰੂਲ ਰੈਗੂਲੇਸ਼ਨ ਦੀਆਂ ਧੱਜੀਆਂ ਉਡਾ ਕੇ ਸਿਫਾਰਿਸ਼ ਦੇ ਆਧਾਰ ਤੇ ਤਾਂ ਅਪਾਇੰਟਮੈਂਟ ਹੋਣੀ ਹੈ। ਇੰਨਾ ਮੰਨਿਆ ਵੀ ਜਾ ਸਕਦਾ ਕਿਉਂਕਿ DAV ਕਾਲਜ 'ਚ ਅਕਸਰ ਹੀ ਅਪਾਇੰਟਮੈਂਟਸ ਇਸੇ ਤਰੀਕੇ ਨਾਲ ਹੁੰਦੀਆਂ ਨੇ, ਪਰੰਤੂ ਇੰਨੀਆਂ ਧੱਜੀਆਂ ਨਾ ਉਡਾਈਆਂ ਜਾਣ ਕਿ ਦੇਸ਼ ਦੇ ਜੈਨੂਨ ਡਿਗਰੀ ਹੋਲਡਰਸ ਨੂੰ ਛੱਡ ਕੇ ਇੱਕ ਫਰਜ਼ੀ ਡਿਗਰੀ ਦੇ ਆਧਾਰ ਤੇ ਕਿਸੇ ਨੂੰ ਸਿਲੈਕਟ ਕੀਤਾ ਜਾਵੇ। ਅਤੇ ਤੁਸੀਂ 16 ਨੂੰ ਮਨਦੀਪ ਜੋਸਨ ਨੂੰ ਸਿਲੈਕਟ ਕਰੋਗੇ ਉਹਦੀ CMJ ਯੂਨੀਵਰਸਿਟੀ ਤੋਂ ਮਿਲੀ ਹੋਈ ਫਰਜ਼ੀ ਡਿਗਰੀ ਦੇ ਆਧਾਰ ਤੇ। ਤੁਸੀਂ ਫਰਜ਼ੀ ਡਿਗਰੀ ਕਹਿ ਰਹੇ ਹੋ, CMJ ਯੂਨੀਵਰਸਿਟੀ ਤੋਂ ਮਿਲੀ ਫਰਜ਼ੀ ਡਿਗਰੀ। ਫਰਜ਼ੀ ਡਿਗਰੀ ਕਿਉਂ? ਇਹ ਫਰਜ਼ੀ ਡਿਗਰੀ ਇਸ ਕਰਕੇ ਹੈ ਜੀ, ਤੁਸੀਂ ਡਿਗਰੀ ਦਿਖਾ ਵੀ ਰਹੇ ਹੋ ਤੇ ਤੁਸੀਂ ਫਰਜ਼ੀ ਵੀ ਕਹਿ ਰਹੇ ਹੋ। ਇਹਦੇ ਚ ਦੋ ਚੀਜ਼ਾਂ ਨੇ। ਇੱਕ ਤਾਂ ਹੈ ਫੈਕਟਸ, ਜੇ ਅਸੀਂ ਫੈਕਟਸ ਦੇ ਆਧਾਰ ਤੇ ਦੇਖੀਏ ਤਾਂ ਉੱਥੋਂ ਹੀ ਪਤਾ ਲੱਗਦਾ ਹੈ ਕਿ ਫਰਜ਼ੀ ਹੈ। ਲੇਕਿਨ ਜੇ ਅਸੀਂ ਫੈਕਟਸ ਦੀ ਬਜਾਏ ਕਾਨੂੰਨ ਦੇ ਜਾਂ ਬਕਾਇਦਾ ਡਾਕੂਮੈਂਟਸ ਦੇਖੀਏ ਤਾਂ ਉਹ ਵੀ ਸਾਬਤ ਕਰਦੇ ਨੇ ਕਿ ਡਿਗਰੀ ਫਰਜ਼ੀ ਹੈ। ਲੇਕਿਨ ਅਸੀਂ ਕਾਨੂੰਨ ਵਾਲੇ ਦਸਤਾਵੇਜ਼ ਵੀ ਦੇਖਾਂਗੇ, ਅਸੀਂ ਫੈਕਟਸ ਵੀ ਦੇਖਾਂਗੇ। ਪਹਿਲਾਂ ਮੈਂ ਇੱਕ ਛੋਟਾ ਜਿਹਾ ਫੈਕਟ ਦਿਖਾਉਣਾ ਚਾਹਾਂਗਾ। ਇਹ ਡਿਗਰੀ ਹੈ 19 ਦਸੰਬਰ 2012 ਦੀ ਜੀ, ਤੇ ਇਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ 16/4/2011 ਦੀ, ਯਾਨੀ ਕਿ ਯੂਨੀਵਰਸਿਟੀ ਦੇ ਵਿੱਚ ਐਜ਼ ਏ ਸਟੂਡੈਂਟ PhD ਸਟੂਡੈਂਟ ਜੁਆਇਨ ਕੀਤੇ ਅਪ੍ਰੈਲ 11 ਚ, ਤੇ ਥੀਸਿਸ ਜਮ੍ਹਾਂ ਹੋ ਗਿਆ ਤੇ ਡਿਗਰੀ ਵੀ ਮਿਲ ਚੁੱਕੀ ਹੈ 12 ਚ, 1.5 ਸਾਲ ਬਾਅਦ 12 ਚ। ਮਤਲਬ ਪੂਰੀ ਰਿਸਰਚ ਕਰਕੇ ਡਿਗਰੀ ਥੀਸਿਸ ਸਬਮਿਟ ਕਰਾ ਕੇ ਡਿਗਰੀ ਲੈਣ ਤੱਕ ਦਾ ਸਾਰਾ ਪ੍ਰੋਸੈਸ 1.5 ਸਾਲ ਦਾ ਹੈ। ਮੈਂ ਕੈਮਰਾ ਪਰਸਨ ਨੂੰ ਕਹਾਂਗਾ 16/4/2011 ਨੂੰ ਰਜਿਸਟ੍ਰੇਸ਼ਨ ਰਸੀਟ ਹੈਗੀ ਹੈ, ਇਹ ਜਿਹਨੂੰ ਅਸੀਂ ਪੰਜਾਬੀ 'ਚ ਰਸੀਦ ਵੀ ਕਹਿ ਦਿੰਦੇ ਹਾਂ। 16/4/2011 ਨੂੰ ਰਜਿਸਟ੍ਰੇਸ਼ਨ ਹੁੰਦੀ ਹੈ ਜੀ ਮੈਡਮ ਮਨਦੀਪ ਜੋਸਨ ਦੀ CMJ ਯੂਨੀਵਰਸਿਟੀ ਦੇ ਵਿੱਚ, ਤੇ ਜਿਹੜੀ ਇਹ ਡਿਗਰੀ ਮਿਲੀ ਹੈ ਉਹ 19 ਦਸੰਬਰ 2012 ਨੂੰ, ਜਾਂ ਤਾਰੀਖ ਚਲੋ ਜੇ 17 ਹੈ ਸ਼ਾਇਦ, ਇਹ ਦਸੰਬਰ 2012 ਤੁਸੀਂ ਲਾ ਲਓ, ਤਾਂ ਤਕਰੀਬਨ 1 ਸਾਲ ਤੇ 8 ਮਹੀਨੇ 'ਚ ਸਾਰੀ ਪ੍ਰੋਸੈਸ ਕੰਪਲੀਟ ਹੋ ਗਈ। ਨਹੀਂ PhD ਡਿਗਰੀ ਮਿਲ ਗਈ, ਸਾਰੀ ਪ੍ਰੋਸੈਸ ਹੀ ਕੰਪਲੀਟ ਹੋ ਗਈ ਟੋਟਲ। ਇਹ ਸਰ ਗਿਨੀਜ਼ ਵਰਲਡ ਰਿਕਾਰਡ ਵਿੱਚ ਗਈ ਹੈ ਜੀ, ਇਹ ਸਭ ਤੋਂ ਫਾਸਟੈਸਟ PhD ਗਈ ਤਾਂ ਨਹੀਂ ਹੈ, ਪਰ ਉਮੀਦ ਹੈ ਵੀ ਕਿਸੇ ਨਾ ਕਿਸੇ ਦਿਨ ਜਾਣੀ ਜਾਏਗੀ। ਪਰ ਤੁਸੀਂ ਜਾਲੀ ਕਹੀ ਜਾਂਦੇ ਹੋ ਨਾ, ਪੰਗਾ ਤਾਂ ਇਹ ਪੈ ਗਿਆ। ਹਾਂ, ਜਾਲੀ ਕਹਿਣ ਦਾ ਇੱਕ ਹੋਰ ਵੀ ਕਾਰਨ ਹੈ ਜੀ। ਅੱਛਾ, ਘੱਟੋ ਘੱਟ ਟਾਈਮ ਕਿੰਨਾ ਲੱਗਦਾ ਸਰ ਨਾਰਮਲੀ PhD ਜੇ ਕਰਨੀ ਹੋਵੇ ਕਿਸੇ ਨੇ, ਤਾਂ ਮਿਨੀਮਮ ਟਾਈਮ ਕਿੰਨਾ ਜੋ UGC ਰੈਗੂਲੇਸ਼ਨਸ ਦੇ ਹਿਸਾਬ ਨਾਲ ਹੈਗਾ? ਇਹ 3 ਸਾਲ ਦਾ ਪੀਰੀਅਡ ਹੈ ਘੱਟੋ ਘੱਟ। ਤੇ ਮੇਘਾਲਿਆ ਮੇਰੇ ਖਿਆਲ ਚ ਭਾਰਤ ਦਾ ਹਿੱਸਾ ਹੈ। ਮੇਘਾਲਿਆ ਵੀ ਭਾਰਤ ਦਾ ਹਿੱਸਾ ਹੈ। ਔਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਮੇਘਾਲਿਆ ਦੇ ਵਿੱਚ ਜਿਹੜੀ ਯੂਨੀਵਰਸਿਟੀ ਸੀ, ਇਹ ਅਕਤੂਬਰ 2010 ਦੇ ਵਿੱਚ ਫੰਕਸ਼ਨਿੰਗ ਸਟਾਰਟ ਹੋਈ। ਜੇ ਮਨਦੀਪ ਜੋਸਨ ਨੇ ਪਹਿਲੇ ਦਿਨ ਵੀ ਜੁਆਇਨ ਕੀਤਾ ਹੁੰਦਾ ਤਾਂ ਵੀ ਡਿਗਰੀ ਮਿਲਣ ਤੱਕ ਦਾ ਟੋਟਲ ਪੀਰੀਅਡ 2 ਸਾਲ ਤੇ 12 ਦਿਨ ਬਣਦਾ ਸੀ। ਇਹਨਾਂ ਨੇ ਤਾਂ ਖੈਰ ਜੁਆਇਨ ਹੀ ਯੂਨੀਵਰਸਿਟੀ ਸਟਾਰਟ ਹੋਣ ਤੋਂ ਕਾਫੀ ਮਹੀਨਿਆਂ ਬਾਅਦ ਕੀਤਾ। 2 ਸਾਲ 12 ਦਿਨ ਬਣਦਾ ਸੀ ਟੋਟਲ, ਯੂਨੀਵਰਸਿਟੀ ਦੇ ਸਟਾਰਟ ਹੋਣ ਦਾ ਗੈਪ ਤੋਂ ਲੈ ਕੇ ਇਹਨਾਂ ਦੀ ਡਿਗਰੀ ਮਿਲਣ ਦੀ ਡੇਟ ਤੱਕ ਦਾ 2 ਸਾਲ 12 ਦਿਨ। ਹਾਂਜੀ, ਮਤਲਬ ਤਾਂ ਵੀ 3 ਸਾਲ ਕੰਪਲੀਟ ਨਹੀਂ ਹੁੰਦੇ। ਫਿਰ ਡਿਗਰੀ ਕਿਵੇਂ ਮਿਲਦੀ? ਔਰ ਦੂਸਰਾ ਜਿਹੜੇ 3 ਸਾਲ ਹੈ, 3 ਸਾਲ ਦੇ ਵਿੱਚ ਅਸੀਂ ਥੀਸਿਸ ਸਬਮਿਟ ਕਰਦੇ ਹਾਂ, ਉਸ ਤੋਂ ਬਾਅਦ ਵੀ ਵਕਤ ਲੱਗ ਜਾਂਦਾ ਹੈ, ਵਾਈਵਾ ਹੁੰਦੇ, ਰਿਪੋਰਟਸ ਆਉਂਦੇ ਜੀ, ਤੇ ਇੱਥੇ ਤਾਂ ਸਭ ਕੁਝ ਹੀ ਕੰਪਲੀਟ। ਚਲੋ ਫਿਰ ਵੀ 3 ਸਾਲ ਵੀ ਲਾ ਕੇ ਚੱਲੋ, ਇਹਦਾ ਮੇਰੇ ਖਿਆਲ 2 ਸਾਲ ਵੀ ਕੰਪਲੀਟ ਨਹੀਂ ਹੋਏ। ਹਾਂਜੀ, ਔਰ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ ਕਿ UGC ਰੈਗੂਲੇਸ਼ਨ 2009 ਤੋਂ ਬਾਅਦ ਕੋਰਸ ਵਰਕ ਹੋਣਾ ਜ਼ਰੂਰੀ ਹੈ। ਇਹ ਸਾਰੇ ਰਿਕਾਰਡ 'ਚ ਕਿਤੇ ਵੀ ਨਹੀਂ ਪਤਾ ਲੱਗਦਾ ਕਿ ਉਹਨੇ ਕੋਰਸ ਵਰਕ ਕਦੋਂ, ਕਿੱਥੇ, ਕਿਵੇਂ ਲਾਇਆ, ਜਿਹੜਾ ਕਿ ਮੈਂਡੇਟਰੀ ਹੈ। ਕੋਰਸ ਵਰਕ ਇੱਕ 6 ਮਹੀਨੇ ਕਲਾਸਾਂ ਲੱਗਦੀਆਂ ਨੇ, ਉਸ ਦੇ ਬਾਅਦ ਪੇਪਰ ਹੁੰਦੇ ਨੇ, ਫਿਰ ਉਹਦਾ ਰਿਜ਼ਲਟ ਆਉਂਦਾ ਹੈ। ਇਹ ਮੈਂਡੇਟਰੀ ਹੈ। ਤੇ ਇਹਦੇ ਹੈਰਾਨੀ ਦੀ ਗੱਲ ਇਹ ਹੈ ਕਿ CMJ ਯੂਨੀਵਰਸਿਟੀ ਜੋ ਹੈ ਇਹ ਸ਼ਿਲੋਂਗ ਮੇਘਾਲਿਆ 'ਚ ਹੈ। ਜੇ ਕੋਰਸ ਵਰਕ ਅਟੈਂਡ ਕੀਤਾ ਹੁੰਦਾ ਤਾਂ ਮੇਘਾਲਿਆ ਅਟੈਂਡ ਕੀਤਾ ਹੁੰਦਾ। ਇਹ ਜਿਹੜਾ ਪੀਰੀਅਡ ਹੈ ਅਪ੍ਰੈਲ 2011 ਦੀ ਰਜਿਸਟ੍ਰੇਸ਼ਨ, ਯਾਨੀ ਕਿ ਸਟਾਰਟਿੰਗ ਤੋਂ ਲੈ ਕੇ ਦਸੰਬਰ 12 ਤੱਕ ਦਾ ਜਿਹੜਾ 1.5-2 ਸਾਲ ਦਾ ਪੀਰੀਅਡ ਹੈ, ਇਸ ਦੇ ਦੌਰਾਨ ਬਕਾਇਦਾ ਮਨਦੀਪ ਜੋਸਨ ਨੇ ਚੰਡੀਗੜ੍ਹ ਦੇ ਕਾਲਜਾਂ 'ਚ ਪੜ੍ਹਾਇਆ। ਸੋ ਇੱਥੋਂ ਹਾਂਜੀ, ਉਹ ਤਾਂ ਹੋ ਸਕਦਾ ਹੈ ਵੀ ਜਦੋਂ DAV ਕਾਲਜ ਤੋਂ ਕੱਢੇ ਗਏ, ਹਾਂਜੀ, ਤਾਂ ਹੋ ਸਕਦਾ ਉਸ ਤੋਂ ਬਾਅਦ ਵੀ ਤੁਹਾਡੀ ਜਿਹੜੀ RTI ਤੋਂ ਬਾਅਦ ਥੋੜਾ ਜਿਹਾ
ਕਹਿ ਸਕਦੇ ਹਾਂ ਸੱਟ ਲੱਗੀ ਹੋਵੇ ਤੇ ਬੋਲਿਆ ਹੋਵੇ ਨਹੀਂ ਮੈਂ ਤਾਂ PhD ਕਰਕੇ ਹੀ ਆਣੀ ਹੈ, ਕਿਆ ਪਤਾ ਨਹੀਂ ਵਾਕਈ ਚਲੇ ਗਏ ਮੇਘਾਲਿਆ। ਸਰਟੀਫਿਕੇਟ ਨੇ ਉਹ ਇਹ ਬੋਲਦੇ ਨੇ ਕਿ ਕਿਸ ਪੀਰੀਅਡ ਦੇ ਦੌਰਾਨ ਪੜਾਇਆ ਗਿਆ, ਇਹ ਤੁਸੀਂ ਦੇਖ ਸਕਦੇ ਹੋ। ਮਤਲਬ 2009 ਤੋਂ ਲੈ ਕੇ 12 ਤੱਕ ਦੇ ਜਿੱਥੇ ਇੱਥੇ ਪੜਾਇਆ ਹੈ। ਇਹ ਮਨਦੀਪ ਜੋਸਨ ਦੀ ਐਪਲੀਕੇਸ਼ਨ ਹੈ ਜਿਸ ਦੇ ਵਿੱਚ ਇੱਕ ਕਾਲਮ ਹੈ ਟੀਚਿੰਗ ਐਕਸਪੀਰੀਅੰਸ। ਇਹ ਪੀਰੀਅਡ ਲਿਖਿਆ ਹੋਇਆ 10/1/11 ਤੋਂ 19/6/12 ਤੇ 23/7/12 ਤੋਂ ਟਿਲ ਡੇਟ। ਅੱਗੇ ਇਸ ਦੀ ਐਕਸਪਲੇਨੇਸ਼ਨ ਦੇ ਬਤੌਰ ਤੇ ਇੰਡੋ ਗਲੋਬਲ ਕਾਲਜ ਇਹ ਮੁੱਲਾਪੁਰ ਦੇ ਆਸ-ਪਾਸ ਹੈ, ਇਹ 2012 ਦਾ ਸਰਟੀਫਿਕੇਟ ਹੈ ਤੇ ਇਹ 2013 ਦਾ ਸਰਟੀਫਿਕੇਟ ਹੈ। ਪੀਰੀਅਡ ਤੁਸੀਂ ਦੇਖ ਸਕਦੇ ਹੋ, ਇਹ ਉਹੀ ਪੀਰੀਅਡ ਹੈ ਜਿਸ ਦੇ ਦੌਰਾਨ ਮੇਘਾਲਿਆ 'ਚ ਰਿਸਰਚ ਕੀਤੀ ਗਈ ਤੇ ਕਲਾਸਾਂ ਜੇ ਲਾਈਆਂ ਨੇ ਤਾਂ ਲਾਈਆਂ ਗਈਆਂ। ਅੱਛਾ PhD ਸਰ ਕੋਰਸਪੋਂਡੈਂਸ ਵੀ ਹੁੰਦੀ ਹੈ? ਨਾ PhD ਕੋਰਸਪੋਂਡੈਂਸ ਨਹੀਂ ਹੁੰਦੀ। ਹਾਂਜੀ। ਤੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਇਹ ਜ਼ਰੂਰ ਦਿਖਾਉਣ। ਮੈਡਮ ਮਨਦੀਪ ਜੋਸਨ ਦਾ ਇਹ ਫਾਰਮ ਹੈ ਜੀ। ਇਹ ਮੇਰੇ ਖਿਆਲ 'ਚ ਇੱਥੇ ਡੇਟ ਹੈਗੀ ਸਰ, ਕਦੋਂ ਭਰਿਆ ਗਿਆ ਫਾਰਮ? ਇਹ ਫਾਰਮ ਤਾਂ ਜੀ 8 ਜਨਵਰੀ ਨੂੰ ਐਡਵਰਟਾਈਜ਼ਮੈਂਟ ਆਈ ਸੀ, 23/1/2013 ਦਾ। ਹਾਂਜੀ, ਇਹ ਰਿਸੀਵਡ ਔਨ 23/1/2013। ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਦਿਖਾਵੇ। ਮੈਡਮ ਮਨਦੀਪ ਜੋਸਨ ਨਾਮ ਲਿਖਿਆ ਜੀ, ਤਸਵੀਰ ਲੱਗੀ ਹੈ ਮੈਡਮ ਦੀ ਤੇ ਡੇਟ ਆਫ ਬਰਥ ਲਿਖਿਆ ਹੋਇਆ ਜੀ 27/12/1985 ਜਲਾਲਾਬਾਦ। ਉਸ ਤੋਂ ਬਾਅਦ ਜਿਹੜਾ ਟੀਚਿੰਗ ਐਕਸਪੀਰੀਅੰਸ ਚੌਥਾ ਨੰਬਰ ਕਾਲਮ ਹੈ, ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਇੱਥੇ ਜ਼ਰੂਰ ਕਰੇ। ਜਿਸ ਦੌਰਾਨ ਮੈਡਮ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਆਪਣੀ CMJ ਯੂਨੀਵਰਸਿਟੀ ਦੇ ਵਿੱਚ 2011 ਦੇ ਵਿੱਚ, ਉਦੋਂ ਮੈਡਮ ਇੰਡੋ ਗਲੋਬਲ ਕਾਲਜ ਆਫ ਇੰਜੀਨੀਅਰਿੰਗ ਦੇ ਵਿੱਚ ਪੜ੍ਹਾ ਰਹੇ ਸੀ ਐਜ਼ ਐਨ ਅਸਿਸਟੈਂਟ ਪ੍ਰੋਫੈਸਰ 10/1/2011 ਤੋਂ 29/6/2012 ਤੱਕ। ਠੀਕ ਹੈ ਜੀ, ਜਨਵਰੀ 2011 ਤੋਂ ਮਤਲਬ ਕਿ ਅਪ੍ਰੈਲ ਵਿੱਚ ਰਜਿਸਟ੍ਰੇਸ਼ਨ ਹੋਈ ਹੈ ਤਾਂ ਉਸ ਤੋਂ ਪਹਿਲਾਂ ਦੇ ਪੜ੍ਹਾ ਰਹੇ ਨੇ। ਉਸ ਤੋਂ ਬਾਅਦ 23/7/2012 ਤੋਂ ਟਿਲ ਡੇਟ ਮਤਲਬ ਜਦੋਂ ਤੱਕ ਅਪਲਾਈ ਕੀਤਾ ਹੈ ਉਦੋਂ ਤੱਕ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਪੜ੍ਹਾ ਰਹੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ, ਯਾਨੀ ਕਿ SGGS ਕਾਲਜ ਸੈਕਟਰ 26 ਦੇ ਵਿੱਚ। ਤਾਂ ਇਸ ਤੋਂ ਹੀ ਮੇਰੇ ਖਿਆਲ 'ਚ ਇਹ ਸਾਫ਼ ਹੈ। ਤੇ ਦੂਜੀ ਗੱਲ, ਇੰਡੋ ਗਲੋਬਲ ਦਾ ਇਹ ਲੈਟਰ ਹੈਡ ਤੇ ਵੀ ਇਹ ਸਰਟੀਫਾਈ ਕਰਨਾ ਕਿ ਮੈਡਮ ਜੋ ਨੇ 10/1/2011 ਤੋਂ 29/6/2012 ਤੱਕ ਸਾਡੇ ਕੋਲ ਇੱਥੇ ਉਹਨਾਂ ਨੇ ਪੜ੍ਹਾਇਆ ਹੈ। ਅਗਲਿਆਂ ਨੇ ਇਹ ਵੀ ਲਿਖ ਕੇ ਭੇਜਿਆ, ਡਿਊਰਿੰਗ ਹਰ ਸਟੇ ਇਨ ਦਾ ਇੰਸਟੀਟਿਊਟ ਹਰ ਵਰਕ ਐਂਡ ਕੰਡਕਟ ਹੈਜ਼ ਬੀਨ ਫਾਊਂਡ ਗੁੱਡ, ਵੈਰੀ ਗੁੱਡ, ਬਹੁਤ ਚੰਗੀ ਗੱਲ ਹੈ। ਅੱਗੇ SGGS ਦਾ ਵੀ ਹੈ ਜੀ, ਉਹਨਾਂ ਨੇ ਵੀ ਸਰਟੀਫਾਈਡ ਕਾਪੀ ਦਿੱਤੀ ਹੈ 23 ਜੁਲਾਈ 2012 ਤੱਕ ਤੇ ਸੈਲਰੀ ਵੀ ਲਿਖੀ ਹੈ ਅੱਗੇ ਤਾਰੀਫ ਵੀ ਜਿਹੜੀ ਕਰਨੀ ਹੁੰਦੀ ਹੈ ਉਹ ਵੀ ਕੀਤੀ ਹੋਈ ਹੈ। ਸਰ ਇਹ ਤਾਂ ਕੁਝ ਹੋਰ ਕਹਿੰਦੇ ਨੇ ਤੇ ਮੈਡਮ ਦੇ ਸਰਟੀਫਿਕੇਟ ਕੁਝ ਹੋਰ ਗਏ। ਇਹ ਤਾਂ ਕਹਿੰਦੇ ਮੈਂ ਤਾਂ 16/4/2011 ਨੂੰ ਮੇਘਾਲਿਆ ਰਜਿਸਟ੍ਰੇਸ਼ਨ ਕਰਨ ਪਹੁੰਚੀ ਹੋਈ ਸੀ, ਤੁਸੀਂ ਕਹਿੰਦੇ ਹੋ ਇਹ ਇੰਡੋ ਗਲੋਬਲ ਸੀਗੇ। ਸੋ ਇਹਦੇ ਵਿੱਚ ਇਹ ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੋਨੋਂ ਹੀ ਜਿਹੜੇ ਕੰਟਰੀਡਿਕਟਰੀ ਰਿਕਾਰਡ ਨੇ ਜੀ। ਇੱਕ ਪਾਸੇ ਇਹ ਮੇਘਾਲਿਆ ਦੇ ਵਿੱਚ ਜੀ ਰਿਸਰਚ ਕਰ ਰਹੇ ਸੀ ਤੇ ਕਲਾਸਾਂ ਲਾ ਰਹੇ ਸੀ, ਦੂਜੇ ਪਾਸੇ ਚੰਡੀਗੜ੍ਹ 'ਚ ਪੜ੍ਹਾ ਰਹੇ ਸੀ। ਨਹੀਂ ਮੈਡਮ ਦੀ ਕੋਈ ਭੈਣ ਹੈਗੀ ਹਮਸ਼ਕਲ? ਨਹੀਂ, ਮੇਰਾ ਖਿਆਲ ਇਹਨਾਂ ਦੀ ਸ਼ਾਇਦ ਕੋਈ ਸਿਸਟਰ ਨਾ ਹੋਵੇ। ਤੇ ਸਰ ਇੱਕ ਬੰਦਾ ਇੰਡੋ ਗਲੋਬਲ ਦੇ ਵਿੱਚ ਪੜ੍ਹਾ ਵੀ ਰਿਹਾ ਹੈ, ਹਾਂਜੀ, ਉਸੇ ਦਿਨ ਉਹ ਜਾ ਕੇ ਮੇਘਾਲਿਆ ਦੇ ਵਿੱਚ ਜਾ ਕੇ CMJ ਯੂਨੀਵਰਸਿਟੀ ਦੇ ਵਿੱਚ ਇਹ ਰਸੀਦ ਵੀ ਕਟਵਾਉਂਦਾ ਪਿਆ ਜੀ, ਹਾਂਜੀ, PhD ਦੀ। ਇਸ ਤੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜਾਂ ਤਾਂ ਡੇਲੀ ਅਪ ਡਾਊਨ ਕੀਤਾ ਗਿਆ ਚੰਡੀਗੜ੍ਹ ਤੋਂ ਮੇਘਾਲਿਆ, ਕਿ ਦਿਨੇ ਕਲਾਸਾਂ ਲਾਈਆਂ ਗਈਆਂ ਤੇ ਰਾਤ ਨੂੰ ਉੱਥੇ ਰਿਸਰਚ ਕੀਤੀ ਗਈ ਈਵਨਿੰਗ ਦੇ ਵਿੱਚ, ਜਾਂ ਇਹ ਹੋ ਸਕਦਾ ਹੈ ਕਿ ਦੋਹਾਂ ਚੋਂ ਇੱਕ ਚੀਜ਼ ਝੂਠੀ ਹੋਵੇ ਕਿ ਟੀਚਿੰਗ ਐਕਸਪੀਰੀਅੰਸ ਤੇ ਸਰਟੀਫਿਕੇਟ ਝੂਠੇ ਹੋਣ, ਕਲਾਸਾਂ ਲਾਈਆਂ ਹੋਣ, ਜਾਂ ਰਿਸਰਚ ਤੇ ਕਲਾਸਾਂ ਝੂਠੀਆਂ ਹੋਣ, ਟੀਚਿੰਗ ਕੀਤੀ ਹੋਵੇ, ਜਾਂ ਫਿਰ ਇਹ ਹੋ ਸਕਦਾ ਕਿ ਸਾਰਾ ਕੁਝ ਹੀ ਸੱਚਾ ਹੋਵੇ, ਪੜ੍ਹਾਈ ਹੀ ਬਾਇਆ ਕਰਸਪੋਂਡੈਂਸ ਕੀਤੀ ਹੋਵੇ। ਸੋ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹ ਵੀ ਹੋ ਸਕਦਾ ਨਾ, ਕਿਉਂਕਿ ਜਿਨ੍ਹਾਂ ਨੇ ਐਕਸਪੀਰੀਅੰਸ ਲੈਟਰ ਹੈਡ ਤੇ ਦਿੱਤਾ ਹੈ ਜਿਹੜੇ ਕਾਲਜਾਂ ਨੇ, ਹਾਂਜੀ, ਉਹ ਕਾਲਜ ਤਾਂ ਹਾਲੇ ਵੀ ਚੱਲਦੇ ਪਏ ਨੇ। ਬਿਲਕੁਲ ਜੀ। CMJ ਦਾ ਕੀ ਹਿਸਾਬ ਕਿਤਾਬ ਹੈ? CMJ ਦਾ ਹਿਸਾਬ ਕਿਤਾਬ ਇਹ ਹੈ ਕਿ ਇੱਕ ਵਾਰੀ ਤਾਂ CMJ ਯੂਨੀਵਰਸਿਟੀ ਜਿਹੜੀ ਹੈ ਇਹ ਘੇਰੇ 'ਚ ਆ ਗਈ ਸੀ 2013 ਦੇ ਵਿੱਚ, ਜਦੋਂ 30 ਅਪ੍ਰੈਲ 2013 ਨੂੰ CMJ ਯੂਨੀਵਰਸਿਟੀ ਦੇ ਵਿਜ਼ਿਟਰ ਤੇ ਮੇਘਾਲਿਆ ਦੇ ਗਵਰਨਰ ਸ਼੍ਰੀ RS ਮੂਸਾਹਾਰੀ ਨੇ ਉੱਥੇ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਕਿ ਉਹਦੇ ਵਿੱਚ ਕਿਹਾ ਸੀ ਕਿ ਡਿਗਰੀ ਇਲੀਗਲ ਹੈ ਤੇ ਇਹਨਾਂ ਨੂੰ ਵਿਦਡਰਾ ਕੀਤਾ ਜਾਵੇ। ਉਸ ਫੈਸਲੇ ਨੂੰ ਲੈ ਕੇ CMJ ਯੂਨੀਵਰਸਿਟੀ ਫਾਊਂਡੇਸ਼ਨ ਕੋਰਟ ਗਈ। ਪਹਿਲਾਂ ਮੇਘਾਲਿਆ ਹਾਈ ਕੋਰਟ ਸਿੰਗਲ ਬੈਂਚ ਉੱਥੋਂ ਹਾਰੀ, ਮੇਘਾਲਿਆ ਹਾਈ ਕੋਰਟ ਡਿਵੀਜ਼ਨ ਬੈਂਚ ਉੱਥੋਂ ਹਾਰੀ। ਉਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ। 13 ਸਤੰਬਰ 2013 ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਯੂਨੀਵਰਸਿਟੀ ਹਾਰੀ ਤੇ ਜਿੱਥੇ ਇਹ ਅਫਰਮ ਕੀਤਾ ਗਿਆ ਕਿ ਡਿਗਰੀਆਂ ਵਾਕਈ ਇਲੀਗਲ ਨੇ। ਸਿਰਫ ਕੋਰਟ ਨੇ ਇੰਨਾ ਜ਼ਰੂਰ ਕਿਹਾ ਸੀ ਕਿਉਂਕਿ ਇਸ ਪੂਰੀ ਲਿਟੀਗੇਸ਼ਨ ਦੇ ਦੌਰਾਨ ਜਿਹੜੇ ਸਟੂਡੈਂਟਸ ਪ੍ਰਭਾਵਿਤ ਸੀ, ਜਿਨ੍ਹਾਂ ਦੀਆਂ ਡਿਗਰੀਆਂ ਕੈਂਸਲ ਹੋਈਆਂ ਸੀ,
ਉਹਨਾਂ ਨੂੰ ਕਿਤੇ ਸੁਣਵਾਈ ਦਾ ਮੌਕਾ ਨਹੀਂ ਮਿਲਿਆ ਤਾਂ ਸੁਪਰੀਮ ਕੋਰਟ ਨੇ ਲਾਸਟ ਪੈਰਾ ਦੇ ਵਿੱਚ ਆਪਣੀ ਜਜਮੈਂਟ ਦੇ ਵਿੱਚ ਇਹ ਜ਼ਰੂਰ ਕਿਹਾ ਕਿ ਜਿਹੜੇ ਵੀ ਬੱਚੇ ਚਾਹਣ ਤਾਂ ਉਹ ਗਵਰਨਮੈਂਟ ਆਫ ਮੇਘਾਲਿਆ ਨੂੰ ਆਪਣੀ ਡਿਗਰੀ ਦੀ ਵੈਲੀਡੇਸ਼ਨ ਲਈ ਰਿਪਰੈਜ਼ੈਂਟੇਸ਼ਨ ਦੇ ਸਕਦੇ ਨੇ। ਠੀਕ ਹੈ। ਅਤੇ ਗਵਰਨਮੈਂਟ ਆਫ ਮੇਘਾਲਿਆ ਉਹਨਾਂ ਦੀ ਇਸ ਰਿਪਰੈਜ਼ੈਂਟੇਸ਼ਨ ਨੂੰ ਸਿੰਪੈਥੈਟਿਕਲੀ ਕੰਸੀਡਰ ਕਰਦੇ ਹੋਏ 3 ਮਹੀਨੇ 'ਚ ਫੈਸਲਾ ਦੇਗੀ। ਤੇ ਮਤਲਬ ਮੈਡਮ ਨੇ ਜਦੋਂ ਵਾਪਸ ਇੱਥੇ ਅਪਲਾਈ ਕੀਤਾ ਹੈ ਤੇ ਮੇਰੇ ਖਿਆਲ ਦੇ ਵਿੱਚ ਇਹ ਵੀ CMJ ਯੂਨੀਵਰਸਿਟੀ ਇੱਕ ਚੀਜ਼ ਹੋਰ ਮੈਂ ਕਹਾਂਗਾ 2013 ਵਿੱਚ ਜਦੋਂ ਮੈਮ ਨੇ ਜਦੋਂ ਜਿਵੇਂ ਸਿੰਗਲਾ ਸਰ ਨੇ ਵੀ ਦੱਸਿਆ ਵੀ ਐਡਵਰਟਾਈਜ਼ਮੈਂਟ ਕੱਢੀ ਗਈ ਤੇ ਤੁਸੀਂ ਵੀ ਮੇਰੇ ਖਿਆਲ ਐਡਵਰਟਾਈਜ਼ਮੈਂਟ ਦੇਖਣ ਤੋਂ ਬਾਅਦ ਹੀ ਜਾਗੇ ਹੋਣੇ ਹੋ ਵੀ ਇਹ ਕੀ ਹੋ ਰਿਹਾ ਹੈ। ਜਦੋਂ ਤੁਸੀਂ ਕਹਿ ਰਹੇ ਹੋ ਮੈਂ ਸਾਰਿਆਂ ਨੂੰ ਲਿਖ ਕੇ ਪਾਇਆ ਹੈ। 2013 ਵਿੱਚ ਜਦੋਂ ਅਪਲਾਈ ਕੀਤਾ ਮੈਡਮ ਮਨਦੀਪ ਜੋਸਨ ਨੇ ਉਸ ਦੇ ਵਿੱਚ PhD ਵਿਦ ਟਾਈਟਲ CMJ ਯੂਨੀਵਰਸਿਟੀ ਸ਼ਿਲੋਂਗ ਕੰਪਿਊਟਰ ਸਾਇੰਸ 2012 ਵਿੱਚ ਈਅਰ ਆਫ ਪਾਸਿੰਗ ਲਿਖਿਆ 2012 ਯੂਨੀਵਰਸਿਟੀ ਖੁੱਲੀ ਹੈ 2010 ਦੇ ਵਿੱਚ ਤੇ ਮੈਡਮ ਨੇ PhD 2012 ਵਿੱਚ ਕਰ ਵੀ ਲਈ। ਇੱਕ ਤਾਂ ਇਹ ਆਪਣੇ ਆਪ 'ਚ ਬੜਾ ਵੱਡਾ ਅਜੂਬਾ ਹੈ ਤੇ ਦੂਜੀ ਗੱਲ CMJ ਯੂਨੀਵਰਸਿਟੀ ਤੋਂ ਮੈਡਮ ਨੇ PhD ਕੀਤੀ ਤਾਂ ਫਿਰ ਦੁਬਾਰਾ ਰੱਖੇ ਗਏ DAV ਕਾਲਜ ਦੇ ਵਿੱਚ। ਹਾਂਜੀ, ਇਹ PhD ਕਰਨ ਤੋਂ ਬਾਅਦ ਇਹਨਾਂ ਨੇ 8 ਜਨਵਰੀ ਨੂੰ ਐਡ ਦਿੱਤੀ, 16 ਜਨਵਰੀ ਨੂੰ ਇੰਟਰਵਿਊ ਹੋਈ ਤੇ 19 ਜਨਵਰੀ ਨੂੰ ਇਹਨਾਂ ਨੇ ਜੁਆਇਨ ਕਰ ਲਿਆ। ਮੇਰੀ ਉਸ ਕੰਪਲੀਟ ਨੂੰ ਡਸਟਬਿਨ 'ਚ ਪਾ ਕੇ ਜਿਹਦੇ ਵਿੱਚ ਮੈਂ ਸਪਸ਼ਟ ਕਿਹਾ ਸੀ ਕਿ ਇਹ ਇੰਟਰਵਿਊ ਇੱਕ ਪਖੰਡ ਹੈ, ਦੇਸ਼ ਦੇ ਪੜ੍ਹੇ ਲਿਖੇ ਤੇ ਜੈਨੂਇਨ ਡਿਗਰੀ ਹੋਲਡਰਸ ਨਾਲ ਮਜ਼ਾਕ ਕਰਨ ਦਾ ਇੱਕ ਤਰੀਕਾ ਹੈ ਕਿਉਂਕਿ ਇੱਥੇ ਉਹ ਕੈਂਡੀਡੇਟ ਰੱਖਿਆ ਜਾਏਗਾ ਜਿਹਦੀ ਡਿਗਰੀ ਫਰਜ਼ੀ ਹੈ ਅਤੇ ਉਹ ਫਰਜ਼ੀ ਡਿਗਰੀ ਦੇ ਆਧਾਰ ਤੇ ਮਨਦੀਪ ਜੋਸਨ ਨੂੰ ਰੱਖ ਲਿਆ। ਜਦੋਂ ਅਪਲਾਈ ਕਰਦਾ ਕੋਈ ਵੀ ਕੈਂਡੀਡੇਟ ਹਾਂਜੀ ਕਾਲਜ ਜਾਂ ਯੂਨੀਵਰਸਿਟੀ ਕ੍ਰਾਸ ਚੈੱਕ ਨਹੀਂ ਕਰਦੀ ਡਾਕੂਮੈਂਟਸ ਨੂੰ? ਨਹੀਂ, ਵੈਸੇ ਤਾਂ ਜਦੋਂ ਵੀ ਕੋਈ ਕੈਂਡੀਡੇਟ ਅਪਲਾਈ ਕਰਦਾ ਹੈ ਕ੍ਰਾਸ ਚੈੱਕ ਕਰਦੇ ਆ ਪਰ ਇਹ ਤਾਂ ਇੱਕ ਯੂਨੀਕ ਕੇਸ ਸੀ, ਇੱਥੇ ਤਾਂ ਕ੍ਰਾਸ ਚੈੱਕ ਕਰਨ ਦੀ ਜ਼ਰੂਰਤ ਹੀ ਨਹੀਂ ਸੀ। ਕਿਉਂਕਿ ਜਦੋਂ CMJ ਯੂਨੀਵਰਸਿਟੀ ਦੀਆਂ ਡਿਗਰੀਆਂ ਘੇਰੇ 'ਚ ਆ ਗਈਆਂ ਅਤੇ 30 ਅਪ੍ਰੈਲ 2013 ਨੂੰ ਕੈਂਸਲ ਹੋ ਗਈਆਂ ਉਸ ਤੋਂ ਬਾਅਦ ਇਹ ਮਾਮਲਾ ਪੂਰੇ ਦੇਸ਼ ਭਰ ਦੇ ਵਿੱਚ ਉੱਠਿਆ। ਅਲੱਗ-ਅਲੱਗ ਸਰਕਾਰਾਂ ਨੇ ਅਲੱਗ-ਅਲੱਗ ਅਦਾਰਿਆਂ ਨੇ ਇਸ ਡਿਗਰੀ ਨੂੰ ਅਵੈਧ ਇਲੀਗਲ ਘੋਸ਼ਿਤ ਕਰਦੇ ਹੋਏ ਇਹ ਕਿਹਾ ਕਿ ਕੋਈ ਵੀ ਨੌਕਰੀ ਜਾਂ ਦਾਖਲਾ ਇਸ ਡਿਗਰੀ ਦੇ ਆਧਾਰ ਤੇ ਨਹੀਂ ਹੋਏਗਾ। ਇਹਦੇ ਵਿੱਚ ਅਸੀਂ ਦੇਸ਼ ਦੇ ਬਾਕੀ ਸਟੇਟਾਂ ਤੇ ਯੂਨੀਵਰਸਿਟੀਆਂ ਨੂੰ ਛੱਡੋ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਜਿੱਥੋਂ ਦਾ ਇਹ ਮਾਮਲਾ ਹੈ। ਈਵਨ ਇਹ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਦਾ ਆਰਡਰ ਹੈ 27 ਜੁਲਾਈ 2013 ਦਾ ਜਿਸ ਦੇ ਵਿੱਚ ਯੂਨੀਵਰਸਿਟੀ ਨੇ ਸਪਸ਼ਟ ਕਿਹਾ ਸੀ ਕਿ ਇਸ ਸੈਸ਼ਨ ਤੋਂ ਯਾਨੀ ਕਿ 12/6/2013 ਤੋਂ ਬਾਅਦ ਕਿਸੇ ਵੀ ਬੱਚੇ ਦੀ ਕੋਈ ਐਡਮਿਸ਼ਨ ਨਹੀਂ ਹੋਏਗੀ, ਜਿਹੜੀ ਹੋਈ ਹੈ ਉਹ ਕੈਂਸਲ ਹੋ ਜਾਏਗੀ ਤੇ ਕਿਸੇ ਵੀ ਟੀਚਰ ਦੀ ਨਿਯੁਕਤੀ ਨਾ ਹੋਵੇ। ਇਹਦੇ ਬਾਅਦ ਤੁਸੀਂ ਕਹਿ ਰਹੇ ਹੋ ਬਾਅਦ ਦੇ ਵਿੱਚ? ਹਾਂਜੀ, ਬਾਅਦ ਦੇ ਵਿੱਚ ਹੋ ਸਕਦਾ ਇਹਨਾਂ ਨੇ ਫਿਰ ਨਹੀਂ ਇਹਨਾਂ ਨੇ ਕਿਹਾ 12/6/2013 ਤੋਂ ਬਾਅਦ। ਇਹਨਾਂ ਦੀ ਤਾਂ ਸਿਲੈਕਸ਼ਨ ਹੀ 16 ਜੂਨ ਨੂੰ ਹੋਈ ਹੈ ਤੇ ਜੁਆਇਨਿੰਗ 19 ਨੂੰ ਹੋਈ ਹੈ ਤੇ ਅਪਰੂਵਲ ਜਾ ਕੇ 2015 ਚ ਹੋਈ ਹੈ। ਅੱਛਾ ਸਰ, ਤੁਸੀਂ ਕਹਿ ਰਹੇ ਹੋ ਯੂਨੀਵਰਸਿਟੀ ਨੇ 27/7/2013 ਨੂੰ ਇਹ ਲੈਟਰ ਇਸ਼ੂ ਕੀਤਾ। ਹਾਂਜੀ, ਇਹ ਲੈਟਰ ਕੀ ਸਿਰਫ ਸਟੂਡੈਂਟਸ ਦੇ ਲਈ ਕੱਢਿਆ ਗਿਆ ਸੀ ਵੀ ਜਿਹੜੇ ਸਟੂਡੈਂਟਸ ਦਾਖਲਾ ਲੈਣਗੇ CMJ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਜਾਂ ਟੀਚਰਸ ਵਾਸਤੇ ਵੀ ਜੋ ਟੀਚਰ ਦੀ ਪੋਸਟ ਲਈ ਅਪਲਾਈ ਕਰੇਗਾ ਉਸ ਲਈ ਵੀ ਇਹ ਐਪਲੀਕੇਬਲ ਸੀ? ਬੇਸਿਕਲੀ ਤਾਂ ਇਹ ਜਿਹੜਾ ਲੈਟਰ ਸੀ ਇਹ ਸਿੰਡੀਕੇਟ ਦੇ ਇੱਕ ਆਰਡਰ ਹੈ ਕਿਉਂਕਿ ਸਿੰਡੀਕੇਟ ਯੂਨੀਵਰਸਿਟੀ ਦੀ ਸੈਨੇਟ ਸਿੰਡੀਕੇਟ ਗਵਰਨਿੰਗ ਬੋਡੀ ਹੈ ਕਿ ਅਸੀਂ CMJ ਯੂਨੀਵਰਸਿਟੀ ਦੀਆਂ ਡਿਗਰੀਆਂ ਨੂੰ ਡੀ ਰਿਕੋਗਨਾਈਜ਼ ਕਰਤਾ। ਜਦੋਂ ਡੀ ਰਿਕੋਗਨਾਈਜ਼ ਕਰਤਾ ਡਿਗਰੀਆਂ ਵੈਲਿਡ ਹੀ ਨਹੀਂ ਤਾਂ ਇਹਦਾ ਮਤਲਬ ਇਹ ਡਿਗਰੀ ਕਿਸੇ ਵੀ ਪਰਪਸ ਵਾਸਤੇ ਯੂਜ਼ ਨਹੀਂ ਹੋ ਸਕਦੀ। ਸੋ ਇਸ ਕਰਕੇ ਇਹ ਡਿਸੀਜਨ ਸਾਰੀਆਂ ਚੀਜ਼ਾਂ ਤੇ ਲਾਗੂ ਹੁੰਦਾ ਸੀ। ਇਹ ਸਿਰਫ ਫੈਸਲਾ ਇਹ ਸਿਰਫ ਫੈਸਲਾ ਹੈ। ਨਹੀਂ, ਇਹ ਫੈਸਲਾ ਸਿਰਫ ਇੱਕ ਲੈਟਰ ਤੇ ਕੱਢਿਆ ਗਿਆ ਜਾਂ ਇਹਦੇ ਉੱਤੇ ਅਮਲ ਵੀ ਕੀਤਾ ਗਿਆ ਕੁਝ? ਇਹਦੇ ਉੱਤੇ ਅਮਲ ਇਸ ਤਰ੍ਹਾਂ ਹੋਇਆ ਕਿ ਦੋ ਨੇ, ਇੱਕ ਸਟੂਡੈਂਟਸ ਤੇ ਇੱਕ ਟੀਚਰਸ। ਜਿੱਥੋਂ ਤੱਕ ਦਾ ਸੰਬੰਧ ਹੈ ਸਟੂਡੈਂਟਸ ਦਾ ਤਾਂ ਯੂਨੀਵਰਸਿਟੀ ਨੇ ਸੈਂਕੜੋ ਸਟੂਡੈਂਟਸ ਜਿਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਐਡਮਿਸ਼ਨ ਦਿੱਤੀ ਸੀ ਉਹਨਾਂ ਨੂੰ ਤੁਰੰਤ ਕੱਢਤਾ। ਇਹ ਟਾਈਟਲ ਹੈ ਪੰਜਾਬ ਯੂਨੀਵਰਸਿਟੀ ਕੈਂਸਲਸ ਐਡਮਿਸ਼ਨ ਆਫ ਸਟੂਡੈਂਟਸ ਫਰੋਮ CMJ ਯੂਨੀਵਰਸਿਟੀ। ਅਣਗਿਣਤ ਸਟੂਡੈਂਟਸ ਹੋਸਟਲਾਂ 'ਚ ਵੀ ਖਾਲੀ ਕਰਾਏ ਗਏ ਤੇ ਧੱਕੇ ਨਾਲ ਕੱਢੇ ਗਏ। ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਟੀਚਰਸ, ਕਿਸੇ ਵੀ ਕਾਲਜ ਦੇ ਵਿੱਚ ਕਿਸੇ ਵੀ ਟੀਚਰ ਦੀ ਕੋਈ ਨਿਯੁਕਤੀ ਨਹੀਂ ਹੋਈ ਕਿਉਂਕਿ ਉੱਥੇ ਇਨਫੋਰਮੇਸ਼ਨ ਸੀ ਕਿ ਅਗਰ ਕਰ ਵੀ ਦਿੱਤੀ ਤਾਂ ਸਿਰੇ ਨਹੀਂ ਚੜਨੀ, ਆਲਰੇਡੀ ਇਹ ਡਿਗਰੀਆਂ ਕੈਂਸਲ ਹੋ ਚੁੱਕੀਆਂ। ਮਤਲਬ ਜਿਹੜੀ ਇਹ ਤੁਸੀਂ ਖਬਰ ਦਿਖਾ ਰਹੇ ਹੋ ਮਤਲਬ PU ਕੈਂਸਲਸ ਐਡਮਿਸ਼ਨ ਆਫ ਸਟੂਡੈਂਟਸ ਫਰਮ CMJ ਯੂਨੀਵਰਸਿਟੀ, ਇਹ ਜੁਲਾਈ 30 2013 ਦੀ ਖਬਰ ਹੈ। ਹਾਂਜੀ, ਦ ਇੰਡੀਅਨ ਐਕਸਪ੍ਰੈਸ ਦੀ ਖਬਰ ਤੁਸੀਂ ਦਿਖਾ ਰਹੇ ਹੋ। 27 ਦਾ ਫੈਸਲਾ ਸਿੰਡੀਕੇਟ ਦਾ 3 ਦਿਨ ਬਾਅਦ। ਇਟ ਮੀਨਸ ਕਿ ਪੰਜਾਬ ਯੂਨੀਵਰਸਿਟੀ ਨੇ ਇਸ ਫੈਸਲੇ ਤੇ ਅਮਲ ਕੀਤਾ। ਹਾਂਜੀ, ਬੱਚਿਆਂ ਦੇ ਲਈ ਵੀ ਤੇ ਸਾਰੇ ਟੀਚਰਾਂ ਦੇ ਲਈ ਵੀ ਮਨਦੀਪ ਜੋਸਨ ਨੂੰ ਛੱਡ ਕੇ ਇਵਨ ਟੀਚਰ ਦੇ ਵੀ ਕਿਸੇ ਦੀ। ਜੋਸਨ ਨਾਲ ਇੰਨਾ ਸਰ ਕੀ ਮਤਲਬ ਮਨਦੀਪ ਜੋਸਨ ਨਾਲ ਇੰਨਾ ਪਿਆਰ ਕਿਉਂ ਦਿਖਾਇਆ ਜਾ ਰਿਹਾ ਸੀ ਯੂਨੀਵਰਸਿਟੀ ਵੱਲੋਂ? ਉਹ ਇਸ ਕਰਕੇ ਕਿਉਂਕਿ ਕੋਈ ਹੋਰ ਨਹੀਂ ਬਲਕਿ ਕੁੜੀ ਦੇ ਆਪਣੇ ਫਾਦਰ ਹੀ ਕਾਲਜ ਦੇ ਪ੍ਰਿੰਸੀਪਲ ਸੀਗੇ, ਸੈਨੇਟ ਸਿੰਡੀਕੇਟ ਦੇ ਮੈਂਬਰ ਰਹੇ ਨੇ ਤੇ ਸੈਨੇਟ ਸਿੰਡੀਕੇਟ ਦੇ ਮੈਂਬਰ ਯੂਨੀਵਰਸਿਟੀ ਦੀ ਫੰਕਸ਼ਨਿੰਗ 'ਚ ਤੇ ਯੂਨੀਵਰਸਿਟੀ ਦੇ ਕਈ ਗਲਤ ਕੰਮਾਂ ਨੂੰ ਪਾਸ ਕਰਾਉਣ ਦੇ ਵਿੱਚ ਕਾਫੀ ਅਹਿਮ ਯੋਗਦਾਨ ਪਾਉਂਦੇ ਨੇ। ਇਸ ਕਰਕੇ ਉਹਨਾਂ ਨੂੰ ਨਾਰਾਜ਼ ਕਰਨਾ ਯੂਨੀਵਰਸਿਟੀ ਦੇ ਲਈ ਇੰਨਾ ਈਜ਼ੀ ਨਹੀਂ। ਮਤਲਬ ਮੈਡਮ ਮਨਦੀਪ ਜੋਸਨ ਦੇ ਫਾਦਰ ਸਾਹਿਬ ਡਾਕਟਰ
BC ਜੌਸਨ ਹਾਂਜੀ। ਉਹ ਉਦੋਂ DAV ਕਾਲਜ ਦੇ ਪ੍ਰਿੰਸੀਪਲ ਸੀ। ਹਾਂਜੀ। ਅਸੀਂ ਚਲੋ ਸਿੰਗਲਾ ਸਾਹਿਬ ਸਾਰੇ ਕਾਗਜ਼ ਵੀ ਦਿਖਾ ਰਹੇ ਨੇ, ਅਸੀਂ ਸਿਰਫ ਸਿੰਗਲਾ ਸਾਹਿਬ ਦੀ ਹੀ ਗੱਲ ਕਿਉਂ ਮੰਨੀਏ? ਕਿਉਂ ਨਾ ਅਸੀਂ ਮੈਡਮ ਮਨਦੀਪ ਜੌਸਨ ਨੂੰ ਵੀ ਫੋਨ ਕਰੀਏ? ਹਾਂਜੀ ਬਿਲਕੁਲ ਬਿਲਕੁਲ। ਅਸੀਂ ਇਸ ਮਾਮਲੇ 'ਚ ਮੈਡਮ ਮਨਦੀਪ ਜੌਸਨ ਉਹਨਾਂ ਨਾਲ ਵੀ ਗੱਲ ਕੀਤੀ। ਮੈਂ ਡਾਕਟਰ ਮਨਦੀਪ ਜੌਸਨ ਇਸ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਮੈਡਮ ਦੀ PhD ਦੀ ਡਿਗਰੀ ਹਲੇ ਸਵਾਲਾਂ ਦੇ ਘੇਰੇ ਵਿੱਚ ਹੈ। ਸੁਪਰੀਮ ਕੋਰਟ ਨੇ ਲੀਗਲ ਕਿਹਾ ਹੈ, ਠੀਕ ਹੈ ਜੀ, ਸਾਰੀਆਂ ਰੱਦ ਕੀਤੀਆਂ ਗਈਆਂ ਨੇ, ਕੈਂਸਲ ਹੋਈਆਂ ਨੇ, ਇਨਵੈਲਿਡ, ਤੇ ਇਸ ਕਰਕੇ ਮੈਂ ਡਾਕਟਰ ਨਹੀਂ ਲਾ ਰਿਹਾ। ਮੈਡਮ ਮਨਦੀਪ ਜੌਸਨ ਨੂੰ ਅਸੀਂ ਫੋਨ ਕੀਤਾ, ਮੈਡਮ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਧਿਆਨ ਨਾਲ ਜ਼ਰੂਰ ਸੁਣੋ। हेलो हाँ जी, गुड आफ्टरनून मैम। हाँ जी गुड आफ्टरनून। हाँ जी, अमनदीप जौसन मैम गल कर रहे हैं? हाँ जी हाँ जी हाँ जी मैम, मैं ठाकुर अमनदीप सिंह गल कर रहे हैं जी, ते खबरसार चैनल तो जर्नलिस्ट। की हाल चाल है मैम? ठीक है जी, ठीक है सर। अच्छा मैम, मैं कोई स्टोरी कर रहा ਸੀ, ਤੁਹਾਡਾ ਵਰਜਨ ਲੈਣਾ ਸੀ ਮੈਮ। ਤੁਸੀਂ PhD ਰੈਗੂਲਰ ਕੀਤੀ ਸੀ ਜਾਂ ਫਿਰ ਕੋਰਸਪੋਂਡੈਂਸ? सर ਤੁਸੀਂ ਕਿਸ ਕੰਸਰਨ ਚ ਮੈਨੂੰ ਪੁੱਛ ਰਹੇ ਹੋ? ਮੈਂ ਸਟੋਰੀ ਕਰ ਰਿਹਾ ਸੀਗਾ ਇੱਕ ਨਾ, ਤੇ ਹਾਂਜੀ ਤਾਂ ਕਰਕੇ ਮੈਂ ਪੁੱਛ ਰਿਹਾ ਜੀ ਉਸ ਸਟੋਰੀ ਦੇ ਵਿੱਚ ਤੁਸੀਂ ਜ਼ਰੂਰੀ ਮੈਨੂੰ ਹੀ ਕਵਰ ਕਰਨਾ, ਤੁਸੀਂ ਹੋਰ ਨੂੰ ਕਵਰ ਕਰ ਲਓ ਜੀ। ਨਹੀਂ, ਸਾਰੀ ਕਰ ਰਹੇ ਹਾਂ ਮੈਮ, ਸਾਰੀ ਕਰਦੇ ਹਾਂ ਜੀ। ਅਸੀਂ ਤਾਂ ਸੇਮ ਨੂੰ ਵੀ ਕਵਰ ਕਰੀਦਾ ਹੈ ਜੀ। ਨਹੀਂ ਪਰ ਤੁਸੀਂ ਸਪੈਸ਼ਲੀ ਮਨਦੀਪ ਜੌਸਨ ਨੂੰ ਕਵਰ ਕਰ ਰਹੇ ਹੋ, ਦੈਟਸ ਵਾਈ ਆਮ ਆਸਕਿੰਗ। ਹਾਂਜੀ ਹਾਂਜੀ ਮੈਮ, ਉਹ ਕਿਉਂਕਿ ਉਹ ਰੌਲਾ ਜਿਹਾ ਕੋਈ ਡਿਗਰੀ ਦਾ ਸੀਗਾ, ਇਸ ਕਰਕੇ ਮੈਮ ਤੁਸੀਂ PhD ਰੈਗੂਲਰ ਕੀਤੀ ਸੀ ਜਾਂ ਫਿਰ ਕੋਰਸਪੋਂਡੈਂਸ ਕੀਤੀ ਸੀ? ਕੋਈ ਰੌਲਾ ਨਹੀਂ ਹੈਗਾ ਜੀ। ਦੇਖੋ ਜੀ ਮੈਂ ਮੇਰਾ ਸਵਾਲ ਦਾ ਤੁਸੀਂ ਜਵਾਬ ਤਾਂ ਦੇ ਦਿਓ, PhD ਰੈਗੂਲਰ ਕੀਤੀ ਸੀ ਜਾਂ ਕੋਰਸਪੋਂਡੈਂਸ? ਦੇਖੋ ਜੀ, ਮੈਂ ਤੁਹਾਨੂੰ ਇਹ ਫੋਨ ਤੇ ਬਿਲਕੁਲ ਜਵਾਬ ਦੇਣਾ ਮੈਨੂੰ ਨਹੀਂ ਲੱਗਦਾ ਕਿ ਮੈਂ ਨਹੀਂ ਦੇ ਸਕਦੀ, ਸੌਰੀ। ਤੇ ਦੱਸੋ ਮੈਂ ਕਦੋਂ ਤੁਹਾਡੇ ਕੋਲ ਆਵਾਂ, ਮੈਂ ਤੁਹਾਡੀ ਇੰਟਰਵਿਊ ਕਰ ਕਿਉਂ? ਲੈਂਦਾ। ਵਾਈ ਉਹ ਮੈਮ ਇੰਟਰਵਿਊ ਡਿਗਰੀ ਦਾ ਸਵਾਲ ਹੈ ਜੀ, ਮੈਂ ਤਾਂ ਡਿਗਰੀ ਦਾ ਕਰਕੇ ਕਿਉਂ ਸਵਾਲ ਹੈ ਜੀ? ਤੁਸੀਂ ਯੂਨੀਵਰਸਿਟੀ ਨੂੰ ਪੁੱਛਣਾ ਜੀ ਜਿਹਨੇ ਮੈਨੂੰ ਅਪਰੂਵਲ ਦਿੱਤੀ ਹੈ ਜੀ। ਤੁਸੀਂ ਨਹੀਂ, ਇੱਕਦਮ ਅਚਾਨਕ ਮੈਂ ਯੂਨੀਵਰਸਿਟੀ ਨੂੰ ਵੀ ਪੁੱਛਾਂਗਾ, ਪੁੱਛਿਆ ਵੀ ਐਸੀ ਪੱਖ ਲਿਆ ਹੈ। ਮੈਂ ਸਿਰਫ ਤੁਹਾਨੂੰ ਇਹ ਪੁੱਛਿਆ ਤੁਸੀਂ ਰੈਗੂਲਰ ਕੀਤੀ ਸੀ ਜਾਂ ਫਿਰ ਕੋਰਸਪੋਂਡੈਂਸ? ਸਰ ਤੁਸੀਂ ਮੈਨੂੰ ਇਹ ਦੱਸੋ ਜੀ, ਮੈਂ ਤੁਸੀਂ ਜੇ ਤੁਸੀਂ PhD ਕੀਤੀ ਹੈ ਤਾਂ ਦੱਸ ਸਕਦੇ ਹੋ ਰੈਗੂਲਰ ਸੀ ਜਾਂ ਕੋਰਸਪੋਂਡੈਂਸ? ਸਰ ਦੇਖੋ, ਮੈਂ ਤੁਹਾਨੂੰ ਕੋਈ ਆਨਸਰ ਨਹੀਂ ਕਰਨਾ ਚਾਹੁੰਦੀ, ਸੌਰੀ। ਮੈਂ ਰੈਗੂਲਰ ਸੀ ਜਾਂ ਕੋਰਸਪੋਂਡੈਂਸ ਸੀ PhD? ਮੈਂ ਸਿਰਫ ਸਿੰਪਲ ਪੁੱਛ ਰਿਹਾ ਜੀ, ਇਹ ਸਿੰਪਲ। ਮੈਂ ਤੁਹਾਨੂੰ ਕੀ ਕਹਿ ਰਹੀ ਹਾਂ, ਤੁਸੀਂ ਮੇਰੀ ਗੱਲ ਲੱਗੋ। ਦੇਖੋ ਦਿਸ ਇਜ਼ ਮਾਈ ਰਾਈਟ ਕਿ ਵੈਦਰ ਆਈ ਵਾਂਟ ਟੂ ਆਨਸਰ ਔਰ ਨਾਟ। ਮੈਮ ਤੁਸੀਂ ਟੀਚਰ ਹੋ, ਤੁਸੀਂ ਸੋਸ਼ਲ ਲਾਈਫ ਵਿੱਚ ਹੋ, ਤੁਸੀਂ ਪਬਲਿਕ ਲਾਈਫ ਵਿੱਚ ਹੋ। ਹਾਂਜੀ, ਤੇ ਫਿਰ ਮੈਂ ਇਸ ਗੱਲ ਦਾ ਜਵਾਬ ਦੇਣਾ ਜਾਂ ਨਹੀਂ ਦੇਣਾ? ਦਿਸ ਇਜ਼ ਮਾਈ, ਪਲੀਜ਼ ਤੁਸੀਂ ਜੋ ਪੁੱਛਣਾ ਹੈ ਤੁਸੀਂ ਯੂਨੀਵਰਸਿਟੀ ਨੂੰ ਪੁੱਛ ਲਓ। ਮੈਮ ਡਿਗਰੀ ਤੁਹਾਡੀ ਹੈ ਜੀ, ਮੈਂ ਤੁਹਾਨੂੰ ਪੁੱਛੂੰਗਾ ਤੁਸੀਂ PhD ਰੈਗੂਲਰ ਕੀਤੀ ਸੀ ਜਾਂ ਕੋਰਸਪੋਂਡੈਂਸ ਕੀਤੀ ਸੀ? ਸੌਰੀ ਬੇਨਤੀ ਕਰ ਰਿਹਾ ਤੁਹਾਡੇ ਨਾਲ, ਤੁਸੀਂ ਤਾਂ ਇਹ ਸੀ ਮੈਡਮ ਮਨਦੀਪ ਜੌਸਨ ਦਾ ਪੱਖ। ਸਿੰਗਰ ਸਾਹਿਬ, ਮੈਡਮ ਤਾਂ ਜਵਾਬ ਹੀ ਨਹੀਂ ਦੇ ਕੇ ਗਏ। ਮੈਡਮ ਕਹਿੰਦੇ ਜਿਨ੍ਹਾਂ ਨੇ ਅਪਾਇੰਟਮੈਂਟ ਕੀਤੀ ਉਹਨਾਂ ਕੋਲੋਂ ਤੁਸੀਂ ਪੁੱਛ ਲਓ। ਮੈਂ ਸਿੰਪਲ ਪੁੱਛਿਆ ਸੀ ਵੀ ਤੁਹਾਡੀ PhD ਰੈਗੂਲਰ ਹੈ ਜਾਂ ਕੋਰਸਪੋਂਡੈਂਸ ਹੈ। ਹਾਂਜੀ, ਇਹਦੇ ਵਿੱਚ ਬੇਸਿਕਲੀ ਪਰੇਸ਼ਾਨੀ ਇਹ ਹੈ ਕਿ ਜੇ ਤਾਂ ਉਹ ਕਹਿੰਦੇ ਨੇ ਕੋਰਸਪੋਂਡੈਂਸ ਹੈ ਤਾਂ ਪ੍ਰੋਬਲਮ ਇਹ ਹੈ ਕਿ UGC ਰੈਗੂਲੇਸ਼ਨਸ ਕੋਰਸਪੋਂਡੈਂਸ PhD ਅਲਾਉ ਹੀ ਨਹੀਂ ਕਰਦੀਆਂ। ਤੇ ਰੈਗੂਲਰ ਕਹਿ ਦਿੰਦੇ, ਤੇ ਜੇ ਉਹ ਰੈਗੂਲਰ ਕਹਿੰਦੇ ਫਿਰ ਸਵਾਲ ਇਹ ਹੈ ਵੀ ਦੋਹਾਂ ਚੋਂ ਕਿਹਨੂੰ ਝੂਠ ਤੇ ਕਿਹਨੂੰ ਸੱਚ ਮੰਨਣ। ਜੇ ਡਿਗਰੀ ਰੈਗੂਲਰ ਸੀ ਤਾਂ ਉਹ ਚੰਡੀਗੜ੍ਹ ਪੜ੍ਹਾ ਰਹੇ ਸੀ ਜਾਂ ਮੇਘਾਲਿਆ ਰਿਸਰਚ ਕਰ ਰਹੇ ਸੀ ਜਾਂ ਫਿਰ ਚੰਡੀਗੜ੍ਹ ਟੂ ਮੇਘਾਲਿਆ 2000 ਕਿਲੋਮੀਟਰ 2500 ਕਿਲੋਮੀਟਰ ਡੇਲੀ ਅਪ ਡਾਊਨ ਕਰਦੇ ਸੀ। ਸੋ ਕਿਉਂਕਿ ਇਹਨਾਂ ਦਾ ਕੋਈ ਜਸਟੀਫਿਕੇਸ਼ਨ ਨਹੀਂ ਬਣਦੀ, ਇਸ ਲਈ ਉਹਨਾਂ ਨੇ ਇਸ ਸਵਾਲ ਤੋਂ ਭੱਜਣਾ ਹੀ ਬਿਹਤਰ ਸਮਝਿਆ। ਨਾ ਹੋ ਸਕਦਾ ਹੈ ਕਿ ਮੈਂ ਦੋ ਹੀ ਆਪਸ਼ਨ ਦਿੱਤੇ ਸੀ ਨਾ ਵੀ PhD ਤੁਹਾਡੀ ਰੈਗੂਲਰ ਹੈ ਜਾਂ ਕੋਰਸਪੋਂਡੈਂਸ ਹੈ। ਮੈਡਮ ਤੀਜੇ ਆਪਸ਼ਨ ਦੀ ਭਾਲ ਕਰ ਰਹੇ ਹੋਣ, ਕਿਆ ਪਤਾ ਅਗਲਾ ਆਪਸ਼ਨ ਦੇ ਦਿੰਦਾ, ਜਾਲੀ ਡਿਗਰੀ ਵਾਲਾ ਆਪਸ਼ਨ ਕਲਿੱਕ ਕਰਦੇ, ਪਰ ਮੈਂ ਉਹ ਆਪਸ਼ਨ ਹੀ ਨਹੀਂ ਦਿੱਤਾ। ਖੈਰ, ਮੈਡਮ ਕਹਿੰਦੇ ਜਿਹਨਾਂ ਨੇ ਰੱਖਿਆ ਉਹਨਾਂ ਨੂੰ ਪੁੱਛੋ, ਕਿਹਨੂੰ ਪੁੱਛਿਆ ਜਾਵੇ? ਇਸ ਦੇ ਵਿੱਚ ਜਿਹੜੀ ਡਿਗਰੀ ਹੈ ਅਪਾਇੰਟਮੈਂਟ ਤਾਂ ਕਾਲਜ ਨੇ ਕੀਤੀ ਹੈ, ਤੇ ਕਾਲਜ ਨੂੰ ਪੁੱਛੋ। ਲੇਕਿਨ ਕਾਲਜ ਦੀ ਜਿਹੜੀ ਅਪਾਇੰਟਮੈਂਟ ਹੈ ਉਹਨੂੰ ਅਪਰੂਵ ਵਾਈਸ ਚਾਂਸਲਰ ਕਰਦੇ ਨੇ। ਇਸ ਕਰਕੇ ਕਾਲਜ ਦੇ ਪ੍ਰਿੰਸੀਪਲ ਜਿਹੜੇ ਸਾਰੀ ਫੰਕਸ਼ਨਿੰਗ ਦੇ ਕਰਤਾ ਧਰਤਾ ਨੇ, ਅਤੇ ਮਨਦੀਪ ਦੇ ਕੋਇਨਸੀਡੈਂਟਲੀ ਫਾਦਰ ਵੀ ਨੇ, ਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਨ੍ਹਾਂ ਨੇ ਇਸ ਨਿਯੁਕਤੀ ਨੂੰ ਇਹ ਜਾਣਦੇ ਹੋਏ ਵੀ ਕਿ ਡਿਗਰੀ ਫਰਜ਼ੀ ਹੈ ਪਾਸ ਕੀਤਾ। ਪਹਿਲਾਂ ਅਸੀਂ ਉਹਨਾਂ ਦੇ ਫਾਦਰ ਨੂੰ ਪੁੱਛਦੇ ਹਾਂ, ਡਾਕਟਰ BC ਜੌਸਨ। ਇਸ ਤੋਂ ਬਾਅਦ ਅਸੀਂ ਗੱਲ ਕੀਤੀ ਡਾਕਟਰ BC ਜੌਸਨ ਸਾਹਿਬ ਦੇ ਨਾਲ, ਜੋ ਉਦੋਂ ਯਾਨੀ ਜਦੋਂ ਅਪਾਇੰਟਮੈਂਟ ਹੋਈ ਸੀ ਮੈਡਮ ਦੀ 2013 ਦੇ ਵਿੱਚ, ਉਦੋਂ ਇਤਫਾਕਨ ਉਸ ਕਾਲਜ ਯਾਨੀ DAV ਕਾਲਜ ਦੇ ਪ੍ਰਿੰਸੀਪਲ ਵੀ ਮੈਡਮ ਮਨਦੀਪ ਜੌਸਨ ਦੇ ਪਿਤਾ ਜੀ ਡਾਕਟਰ BC ਜੌਸਨ ਸਨ। ਤੇ ਜੌਸਨ ਸਾਹਿਬ ਨੇ ਕੀ ਕੁਝ ਕਿਹਾ, ਤੁਸੀਂ ਇੱਕ ਵਾਰ ਉਹਨਾਂ ਦਾ ਪੱਖ ਵੀ ਜ਼ਰੂਰ ਸੁਣੋ। हेलो हाँ जी हाँ जी जसन सर, गुड इवनिंग, क्या हाल चाल है सर? ठीक हूँ जी। जसन सर, ठाकुर अमनदीप सिंह गल कर रहे हैं जी, जर्नलिस्ट द खबरसार चंडीगढ़ तो। जी सर अच्छा सर, एक ਤੁਹਾਡਾ ਹੁਕਮ ਕੋਈ ਨਹੀਂ ਸਰ, ਇੱਕ ਛੋਟੀ ਜਿਹੀ ਬੇਨਤੀ ਕਰਨੀ ਸੀ, ਤੁਹਾਡਾ ਵਰਜਨ ਲੈਣਾ ਸੀ ਛੋਟਾ ਜਿਹਾ, ਮੈਂ ਖਬਰ ਕਰ ਰਿਹਾ ਸੀ। ਸਰ ਤੁਸੀਂ ਜਦੋਂ DAV ਕਾਲਜ ਪ੍ਰਿੰਸੀਪਲ ਹੁੰਦੇ ਸੀਗੇ ਜੀ 2009 ਦੇ ਵਿੱਚ, ਮਗੀ ਆਪ ਜੀ ਦੀ ਬੇਟੀ ਮੈਡਮ ਮਨਦੀਪ ਜੌਸਨ ਜੀ MSc ਪਾਸ ਕਰਕੇ ਉੱਥੇ ਲੈਕਚਰਰ ਲੱਗੇ ਸੀ। अच्छा जी UGC ਨੈਟ ਕਲੀਅਰ ਸੀ ਤੇ ਨਾ ਹੀ ਉਹਨਾਂ ਦੀ PhD। ਜਦੋਂ ਐਲੀਜੀਬਲ ਨਹੀਂ ਸੀ ਤਾਂ ਅਪਾਇੰਟਮੈਂਟ ਸਰ ਕਿਵੇਂ ਹੋਈ ਉਹਨਾਂ ਦੀ? मैं इस बारे कुछ नहीं कह सकता जी। प्रिंसिपल ਤੁਸੀਂ ਸੀਗੇ ਸਰ?
ਪ੍ਰਿੰਸੀਪਲ ਸਿਲੈਕਸ਼ਨ ਕਮੇਟੀ ਹੋਰ ਹੁੰਦੀ ਹੈ ਸਰ ਚਲੋ ਟੈਂਪਰੇਰੀ। ਬਤੌਰ ਪ੍ਰਿੰਸੀਪਲ ਛੱਡੋ, ਬਤੌਰ ਤੁਹਾਡੀ ਬੇਟੀ ਸੀਗੀ, ਤੁਸੀਂ ਵੈਸੇ ਹੀ ਦੱਸ ਦਿਓ ਵੀ ਇਹ ਬਣਦਾ ਹੈ ਜਿੰਨਾ PhD ਜਾਂ UGC ਨੈਟ ਕਲੀਅਰ ਕੀਤੇ eligibility ਬਣਦੀ ਹੈ ਜੀ, ਤੁਸੀਂ ਡਾਕਟਰ ਹੋ ਜੀ। ਗੱਲ ਇਹ ਹੈ ਜੇ ਨੈਟ ਸਾਨੂੰ ਨਾ ਕੁਆਲੀਫਾਈ ਮਿਲਣ ਨਾ ਭਾਈ ਸਾਹਿਬ ਜੀ ਤਾਂ ਫਿਰ ਟੈਂਪਰੇਰੀ ਦੈਟ ਵਾਸ ਐਡ ਹੌਕ 89 ਡੇ ਅਪਾਇੰਟਮੈਂਟ। Okay. ਉਹ ਕੰਮ ਚਲਾਉ ਹੁੰਦਾ ਬਸ, ਉਹ ਪਰਮਾਨੈਂਟ ਪੋਸਟ ਨਹੀਂ ਸੀ। ਚਲੋ ਇਹ ਤਾਂ ਪਰਮਾਨੈਂਟ ਬੜੀ ਨਹੀਂ ਸੀ। ਅੱਛਾ ਪਰਮਾਨੈਂਟ ਨਹੀਂ ਸੀ, ਲੇਕਿਨ ਜਦੋਂ ਜਦੋਂ ਉਹਨਾਂ ਨੂੰ ਕੱਢਿਆ ਗਿਆ ਜੀ 3 ਸਾਲ ਤੱਕ ਉਹੀ ਪੋਸਟ ਵੇਕੈਂਟ ਰੱਖੀ ਗਈ ਤੇ 3 ਸਾਲ ਬਾਅਦ ਫਿਰ ਤੁਹਾਡੀ ਬੇਟੀ ਨੂੰ ਹੀ ਉੱਥੇ ਰੱਖਿਆ ਗਿਆ। ਨਹੀਂ ਜੀ, ਮੈਂ ਸਰ ਉਹਨਾਂ 3 ਸਾਲਾਂ ਦੇ ਦੌਰਾਨ ਦੇਸ਼ ਵਿੱਚ ਕੋਈ ਹੋਰ ਕਾਬਿਲ ਨੌਜਵਾਨ ਨਹੀਂ ਲੱਭਿਆ ਜੀ। ਪੱਤਰਕਾਰ ਹੋ, ਮੈਂ ਕੋਈ ਕਮੈਂਟ ਨਹੀਂ ਕਰਾਂਗਾ, ਬਸ ਮੈਂ ਰਿਟਾਇਰਡ ਤੁਹਾਡੀ ਬੇਟੀ ਨਾਲ ਤੁਹਾਡੇ ਨਾਲ ਜੁੜਿਆ ਤਾਂ ਕਰਕੇ ਨਹੀਂ, ਮੈਂ ਕੋਈ ਕਮੈਂਟ ਨਹੀਂ ਜਾਂ ਕਰਾਂਗਾ। ਫਿਰ ਗਲਤੀ ਕੀਤੀ ਹੋਈ ਹੈ ਜੀ, ਹਾਂਜੀ, ਜਾਂ ਫਿਰ ਗਲਤੀ ਕੀਤੀ ਹੋਈ ਹੈ ਇਸ ਕਰਕੇ ਕਮੈਂਟ ਨਹੀਂ ਕਰਨਾ। ਤੁਸੀਂ ਜੋ ਮਰਜ਼ੀ ਕਰੋ ਭਾਈ, ਮੈਂ ਤਾਂ ਪੁੱਛ ਰਿਹਾ ਜੀ, ਮੈਂ ਬੇਨਤੀ ਕਰ ਰਿਹਾ ਤੁਹਾਨੂੰ, ਮੈਂ ਤਾਂ ਸਿਰਫ ਪੁੱਛਦਾ ਪਿਆ ਜੀ। ਆਮ ਸੌਰੀ, ਆਈ ਡੋਂਟ ਵਾਂਟ। ਸਰ ਤੇ ਤੁਹਾਡੀ ਬੇਟੀ ਨੇ ਜਿਹੜੀ PhD ਕੀਤੀ ਹੈ ਸਰ, ਉਹ ਰੈਗੂਲਰ ਕੀਤੀ ਹੈ ਜਾਂ ਕਾਰਸਪੋਂਡੈਂਸ? ਮੈਂ ਆਈ ਕਾਂਟ ਕਮੈਂਟ। ਤੁਸੀਂ ਸਰ ਤੁਸੀਂ ਫਾਦਰ ਹੋ ਸਰ, ਤੁਸੀਂ ਦੱਸ ਸਕਦੇ ਹੋ ਜੀ। ਨੋਟ ਐਟ ਆਲ, ਮੈਂ ਕੋਈ ਕੀਤੀ ਵੀ ਹੈ ਕਿ ਨਹੀਂ ਕੀਤੀ? ਮੈਂ ਬਿਲਕੁਲ, ਤੁਸੀਂ ਤਾਏ ਸਨ DAV ਕਾਲਜ ਸੈਕਟਰ 10 ਚੰਡੀਗੜ੍ਹ ਦੇ ਤਤਕਾਲੀ ਪ੍ਰਿੰਸੀਪਲ ਡਾਕਟਰ BC ਜੌਸਨ, ਜੋ ਇਤਫਾਕਨ ਮੈਡਮ ਮਨਦੀਪ ਜੌਸਨ ਦੇ ਪਿਤਾ ਵੀ ਨੇ, ਜਿਨ੍ਹਾਂ ਦੀ ਡਿਗਰੀ ਦਾ ਰੌਲਾ ਪਿਆ ਹੋਇਆ ਹੈ। ਸਿੰਗਲਾ ਸਰ, ਤੁਸੀਂ ਸੁਣਿਆ ਹੈ ਡਾਕਟਰ ਜੌਸਨ ਜੀ ਨੇ ਕੀ ਕੁਝ ਕਿਹਾ ਹੈ? ਉਹਨਾਂ ਨੇ ਬੜੀ ਕੰਟਰਾਡਿਕਟਰੀ ਚੀਜ਼ਾਂ ਕਹੀਆਂ ਨੇ। ਇੱਕ ਪਾਸੇ ਉਹ ਕਹਿ ਰਹੇ ਨੇ ਕਿ ਇਹ ਟੈਂਪਰੇਰੀ ਅਪਾਇੰਟਮੈਂਟ ਸੀ 89 ਡੇਜ਼ ਦੀ, ਤੇ ਇਹਦੇ ਵਿੱਚ ਜੇ ਕਾਬਲ ਪੜ੍ਹੇ ਲਿਖੇ ਬੰਦੇ ਨਾ ਮਿਲਣ ਤਾਂ ਅਸੀਂ ਦੂਸਰੇ ਨੂੰ ਵੀ ਰੱਖ ਸਕਦੇ ਹਾਂ। ਸੋ ਦੈਟ ਮੀਨਸ ਇੱਕ ਤਾਂ ਉਹਨਾਂ ਨੇ ਮੰਨ ਲਿਆ ਕਿ ਉਹਨਾਂ ਦੀ ਜਿਹੜੀ ਬੇਟੀ ਸੀ ਉਹ ਕੁਆਲੀਫਾਈਡ ਨਹੀਂ ਸੀ, ਪਹਿਲੀ ਗੱਲ। ਦੂਸਰੀ, ਦੇਸ਼ ਦੀ 135-40 ਕਰੋੜ ਆਬਾਦੀ ਹੈ, ਉਹਨਾਂ ਨੂੰ ਘਰੇ ਬੈਠੇ ਕਿਵੇਂ ਪਤਾ ਚੱਲਿਆ ਕਿ ਕੰਪਿਊਟਰ ਦੇ ਸਬਜੈਕਟ ਦੇ ਵਿੱਚ ਦੇਸ਼ 'ਚ ਕੋਈ ਵੀ UGC ਨੈਟ ਜਾਂ PhD ਵਾਲਾ ਕੁਆਲੀਫਾਈਡ ਬੰਦਾ ਅਵੇਲੇਬਲ ਨਹੀਂ। ਪਹਿਲਾਂ ਅਸੀਂ ਐਡ ਦਿੰਨੇ ਆ, ਐਪਲੀਕੇਸ਼ਨਾਂ ਲੈਣੇ ਆ, ਉਹਦੇ ਵਿੱਚ ਦੇਖਦੇ ਆ ਕਿ ਇੱਕ ਵੀ ਕਾਬਲ ਬੰਦੇ ਨੇ ਅਪਲਾਈ ਨਹੀਂ ਕੀਤਾ, ਤਾਂ ਅਸੀਂ 89 ਡੇਜ਼ ਦੇ ਲਈ ਟੈਂਪਰੇਰੀ ਅਪਾਇੰਟਮੈਂਟ ਕਰ ਸਕਦੇ ਹਾਂ। ਉਦੋਂ ਜਦੋਂ ਰੱਖਿਆ ਗਿਆ ਹੈ ਉਦੋਂ ਐਡ ਨਹੀਂ ਕੱਢੀ ਨਾ, ਕੁਝ ਨਹੀਂ, ਇਹ ਸਾਰਾ ਬੈਕਡੋਰ ਪ੍ਰੋਗਰਾਮ ਸੀ, ਕਿਉਂਕਿ ਜੂਨ ਜੁਲਾਈ ਦੇ ਵਿੱਚ ਮਨਦੀਪ ਜੋਸਨ ਨੇ MSc ਪਾਸ ਕੀਤੀ ਤੇ ਉਸੇ ਟਾਈਮ ਉਹਨੂੰ ਲੈਕਚਰਰ ਲਾ ਦਿੱਤਾ ਗਿਆ ਤੇ 15 ਸਤੰਬਰ ਨੂੰ ਤਾਂ ਖਬਰ ਆ ਗਈ ਤੇ ਉਸ ਨੂੰ ਕੱਢਣਾ ਵੀ ਪੈ ਗਿਆ ਸੀ, ਪਹਿਲੀ ਗੱਲ। ਦੂਸਰੀ ਗੱਲ, ਉਹਨਾਂ ਨੇ ਕਿਹਾ ਕਿ ਇਹ ਟੈਂਪਰੇਰੀ ਅਪਾਇੰਟਮੈਂਟ ਸੀ। ਅਪਾਇੰਟਮੈਂਟ ਦੋ ਤਰ੍ਹਾਂ ਦੀਆਂ ਨਹੀਂ, ਹੁੰਦੀਆਂ। ਉਹਨਾਂ ਨੇ ਕਿਹਾ ਵੀ ਜੇ ਕੋਈ ਕਾਬਲ ਨਾ ਮਿਲੇ, ਮਤਲਬ ਜੇ ਕੋਈ ਨਾ ਮਿਲੇ, ਐਲੀਜੀਬਲ ਨਾ ਮਿਲੇ, ਫਿਰ ਟੈਂਪਰੇਰੀ ਤੌਰ ਤੇ ਐਡ ਹੌਕ ਬੇਸਿਸ ਤੇ 89 ਡੇਜ਼ ਦੀ ਅਪਾਇੰਟਮੈਂਟ ਹੋ ਜਾਂਦੀ ਹੈ। ਠੀਕ ਹੈ, ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਐਡ ਹੀ ਨਹੀਂ ਦਿੱਤੀ ਤਾਂ ਇਹਦਾ ਮਤਲਬ ਇਹ ਇੱਕ ਟੈਂਪਰੇਰੀ ਅਪਾਇੰਟਮੈਂਟ ਸੀ। ਬਿਲਕੁਲ। ਜੇ ਇਹ ਟੈਂਪਰੇਰੀ ਪੋਸਟ ਸੀ, ਟੈਂਪਰੇਰੀ ਅਪਾਇੰਟਮੈਂਟ ਸੀ, ਤਾਂ 3 ਸਾਲ ਬਾਅਦ 2012 ਦੇ ਵਿੱਚ ਜਾ ਕੇ ਇਹ ਪਰਮਾਨੈਂਟ ਕਿਵੇਂ ਬਣ ਗਈ? ਪੋਸਟ ਜਾਂ ਤਾਂ ਟੈਂਪਰੇਰੀ ਹੁੰਦੀ ਹੈ ਜਾਂ ਪਰਮਾਨੈਂਟ ਇਵੇਂ ਬਣ ਗਈ ਨਾ, ਕਿਉਂਕਿ 3 ਸਾਲ ਤੱਕ ਇੱਕ ਡਿਗਰੀ ਦਾ ਜੁਗਾੜ ਹੋ ਚੁੱਕਿਆ ਸੀ। ਐਗਜ਼ੈਕਟਲੀ ਕਿ ਪ੍ਰੋਸੈਸ ਇਹ ਸੀ ਕਿ ਕਿਉਂਕਿ ਜਿਸ ਟਾਈਮ 2009 ਦੇ ਵਿੱਚ ਇਹ ਪੋਸਟ ਭਰੀ ਗਈ, ਇਹ ਵਕਾਇਦਾ ਪਰਮਾਨੈਂਟ ਪੋਸਟ ਸੀ, ਪਰ ਅਗਰ ਪਰਮਾਨੈਂਟ ਪੋਸਟ ਨੂੰ ਭਰਦੇ ਆ ਤਾਂ ਉਹਦਾ ਇੱਕ ਵਕਾਇਦਾ ਲੇਡ ਡਾਊਨ ਪ੍ਰੋਸੀਜਰ ਹੈ, ਜਿਹਦੇ ਵਿੱਚ ਐਡ ਦੇ ਕੇ ਐਪਲੀਕੇਸ਼ਨ ਲੈ ਕੇ ਇੰਟਰਵਿਊ ਕਰਵਾਉਣੀ ਸੀ। ਅਤੇ ਮਨਦੀਪ ਜੋਸਨ ਉਸ ਟਾਈਮ PhD ਜਾਂ ਨੈਟ ਨਾ ਹੋਣ ਕਾਰਨ ਲੈਕਚਰਰ ਲਈ ਐਲੀਜੀਬਲ ਨਹੀਂ ਸਨ, ਇਸ ਕਰਕੇ ਉਦੋਂ ਇਹ ਪੋਸਟ ਟੈਂਪਰੇਰੀ ਭਰੀ ਗਈ। ਉਹ ਅਲੱਗ ਲੈ ਕੇ ਅਖਬਾਰਾਂ 'ਚ ਆਉਣ ਕਾਰਨ ਤੇ RT ਪੈਨ ਕਾਰਨ ਉਹਨਾਂ ਨੂੰ ਕੱਢਣਾ ਪਿਆ। ਫਿਰ 3 ਸਾਲ ਪੋਸਟ ਖਾਲੀ ਰੱਖੀ ਗਈ। 3 ਸਾਲ ਦੇ ਵਿੱਚ PhD ਦੀ ਡਿਗਰੀ ਮੈਨੇਜ ਕੀਤੀ ਗਈ। ਮੈਨੇਜ ਹੁੰਦੇ ਹੀ 10 ਦਿਨਾਂ ਦੇ ਵਿੱਚ ਐਡ ਦੇ ਕੇ ਪਰਮਾਨੈਂਟ ਦਾ ਡਰਾਮਾ ਰਚ ਕੇ ਉਸ ਨੂੰ ਪਰਮਾਨੈਂਟ ਨਿਯੁਕਤੀ ਪੱਤਰ ਦੇ ਦਿੱਤਾ ਗਿਆ। ਪਰ ਲੇਕਿਨ ਜਿਹੜੀ ਇਹ ਡਿਗਰੀ ਹੈ ਇਹ ਤਾਂ ਮੂੰਹੋਂ ਬੋਲਦੀ ਹੈ ਨਾ ਕਿ ਮੈਂ ਜਾਲੀ ਹਾਂ। ਹਾਂਜੀ ਸਰ, ਅੱਛਾ, ਮੈਡਮ ਮਨਦੀਪ ਜੋਸਨ ਕਹਿੰਦੇ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਪੁੱਛੋ। ਜਿਨ੍ਹਾਂ ਦੇ ਪਿਤਾ ਜੀ ਤਤਕਾਲੀ DAV ਪ੍ਰਿੰਸੀਪਲ DAV ਕਾਲਜ ਸੈਕਟਰ 10, ਉਹ ਕਹਿੰਦੇ ਜੀ ਮੈਂ ਕੋਈ ਕਮੈਂਟ ਨਹੀਂ ਕਰਨਾ। ਆਪਣੀ ਧੀ ਬਾਰੇ ਵੀ ਉਹ ਇਹੀ ਨਹੀਂ ਦੱਸ ਸਕੇ, ਨਾ ਮੈਡਮ ਮਨਦੀਪ ਜੋਸਨ ਨਾ ਡਾਕਟਰ BC ਜੋਸਨ, ਕਿ ਮੈਡਮ ਮਨਦੀਪ ਜੋਸਨ ਦੀ ਜਿਹੜੀ PhD ਹੈ ਉਹ ਰੈਗੂਲਰ ਸੀ ਜਾਂ ਫਿਰ ਕੋਰਸਪੋਂਡੈਂਸ। ਇਹ ਪਿਤਾ ਤੇ ਬੇਟੀ ਦੋਨਾਂ ਕੋਲ ਹੀ ਇਸ ਸਵਾਲ ਦਾ ਜਵਾਬ ਨਹੀਂ ਹੈ। ਖੈਰ, ਹੁਣ ਫੋਨ ਕਿਹਨੂੰ ਕਰੀਏ? ਫਿਰ ਇਹਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਸਵਾਲ ਹੋਰ ਵੀ ਬਣਦਾ ਹੈ ਜੀ ਕਿ ਅਪਾਇੰਟਮੈਂਟ ਤਾਂ DAV ਕਾਲਜ ਦੀ ਗਵਰਨਿੰਗ ਬਾਡੀ ਕਰਦੀ ਹੈ, ਠੀਕ ਹੈ, ਲੇਕਿਨ ਪੰਜਾਬ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ 200 ਕਾਲਜਾਂ ਦੇ ਵਿੱਚ ਰੱਖੇ ਜਾਣ ਵਾਲੇ ਲੈਕਚਰਰਾਂ ਦੀ ਜਿਹੜੀ ਅਪਾਇੰਟਮੈਂਟ ਹੈ ਉਹਨੂੰ ਪਾਸ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਦੇ ਨੇ। ਅੱਛਾ, ਉਸੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਸ ਦੀ ਸਿੰਡੀਕੇਟ ਨੇ ਇਹ ਐਕਸੈਪਟ ਕਰ ਲਿਆ ਕਿ ਡਿਗਰੀ ਡੀ ਰਿਕੋਗਨਾਈਜ਼ਡ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਡਿਗਰੀ ਡੀ ਰਿਕੋਗਨਾਈਜ਼ ਸੀ, ਜੇ ਇਹ ਡਿਗਰੀ 30 ਅਪ੍ਰੈਲ
13 ਤੋਂ ਲੈ ਕੇ ਅੱਜ ਤੱਕ ਫਰਜ਼ੀ ਹੈ ਤਾਂ ਇਸ ਪੀਰੀਅਡ ਦੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰੁਣ ਕੁਮਾਰ ਗਰੋਵਰ ਨੇ ਇਹ ਅਪਾਇੰਟਮੈਂਟ ਪਾਸ ਕਿਵੇਂ ਕਰਤੀ, ਇਹ ਵੀ ਇੱਕ ਸਵਾਲ ਹੈ ਫਿਰ ਉਹਨਾਂ ਕੋਲ ਪੁੱਛ ਲੈਣੇ ਸਵਾਲ। ਬਿਲਕੁਲ ਡਾਕਟਰ ਅਰੁਣ ਕੁਮਾਰ ਗਰੋਵਰ ਜੀ, ਡਾਕਟਰ ਅਰੁਣ ਕੁਮਾਰ ਗਰੋਵਰ ਜੀ ਨਾਲ ਵੀ ਅਸੀਂ ਇਸ ਬਾਰੇ ਗੱਲਬਾਤ ਕੀਤੀ, ਜੋ ਕਿ ਤਤਕਾਲੀ ਵਾਈਸ ਚਾਂਸਲਰ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ। ਉਹਨਾਂ ਨੇ ਕੀ ਕੁਝ ਕਿਹਾ ਹੈ, ਤੁਸੀਂ ਇੱਕ ਵਾਰ ਉਹ ਵੀ ਜ਼ਰੂਰ ਸੁਣੋ। हेलो, गुड इवनिंग सर। यस हाँ जी, प्रोफेसर अरुण कुमार ग्रोवर जी। यस सर ठाकुर अमनदीप सिंह गल कर रहे हैं जी चंडीगढ़ तो, जर्नलिस्ट। की हाल चाल है सर? आई एम फाइन। ਓਕੇ ਸਰ। ਸਰ ਮੈਂ ਤੁਹਾਡੇ 2 ਮਿੰਟ ਲੈਣੇ ਸੀਗੇ, ਇੱਕ ਵਰਜ਼ਨ ਲੈਣਾ ਸੀ ਤੁਹਾਡਾ, ਮੈਂ ਨਿਊਜ਼ ਕਰ ਰਿਹਾ ਸੀ ਕੋਈ। ਸਰ ਜੇ ਤੁਸੀਂ ਵੀਸੀ 'ਚ ਹੁੰਦੇ ਸੀ ਜਦੋਂ, ਉਦੋਂ ਮੈਡਮ ਮਨਦੀਪ ਜੋਸਨ ਜੀ ਨੂੰ ਅਪਾਇੰਟ ਕੀਤਾ ਗਿਆ ਸੀ 29 ਸਤੰਬਰ 2015 ਨੂੰ। ਸਰ ਉਹਨਾਂ ਦੀਆਂ ਡਿਗਰੀ ਜੋ ਸੀ ਉਹ ਇਲੀਗਲ ਤੇ ਇਨਵੈਲਿਡ ਡਿਕਲੇਅਰ ਕੀਤੀ ਗਈ ਸੀ ਸੁਪਰੀਮ ਕੋਰਟ ਵੱਲੋਂ। ਸਰ ਫਿਰ ਉਹਨਾਂ ਨੂੰ ਰੱਖਿਆ ਕਿਸ ਬੇਸ ਤੇ ਗਿਆ ਸੀ? आई डोंट नो व्हिच पर्सन आर यू टॉकिंग ऑफ। सर डॉक्टर बीसी जोसन की जो बेटी हैं, डॉटर मैडम मनदीप जोसन। यस जी सर, उनके बारे में सर मैं बात कर रहा हूँ क्योंकि सुप्रीम कोर्ट की तरफ से इनकी जो डिग्रीज हैं वो इलीगल और इनवैलिड डिक्लेयर की गई थी, क्योंकि इन्होंने माय टर्म एज ए वीसी इज ओवर। सर लेकिन अपॉइंटमेंट आपके टर्म में गवर्नमेंट ऑफ द यूनिवर्सिटी इज द सिंडिकेट। सर सिंडिकेट ने भी the appointments are made by the syndicate of the सर university। सिंडिकेट ने Please go back to the 14/8/2013 syndicate. I have nothing to tell you। सर सिंडिकेट ने 14/8/2013 को डिरिकॉग्नाइज की थी डिग्रीज। I have nothing to tell you on this। Please go back to the syndicate। सर All सिंडिकेट ने डिरिकॉग्नाइज appointments। की थी और आपके टेन्योर के वक्त उनकी अपॉइंटमेंट हुई है। Yes, appointments. So there are hundreds of appointments which have been approved from the colleges of Punjab during my tenure। Sir, I have nothing to comment। Please, sorry। सर आप कस्टोडियन थे यूनिवर्सिटी। ਤਾਂ ਇਹ ਸੀ ਪ੍ਰੋਫੈਸਰ ਗਰੋਵਰ, ਤਤਕਾਲੀ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸਿੰਗਲਾ ਸਰ, ਗਰੋਵਰ ਸਾਹਿਬ ਨੇ ਕੀ ਕੁਝ ਕਿਹਾ ਹੈ? ਉਹ ਤਾਂ ਕਹਿੰਦੇ ਮੈਂ ਤਾਂ ਰਿਟਾਇਰ ਹੋ ਗਿਆ। ਉਹਨਾਂ ਨੇ ਜੋ ਕੁਝ ਵੀ ਕਿਹਾ ਗਲਤ ਕਿਹਾ। ਉਹਦੇ ਵਿੱਚ ਉਹਨਾਂ ਨੇ ਕਿਹਾ ਇੱਕ ਤਾਂ ਕਿ ਸਿੰਡੀਕੇਟ ਜਿਹੜੀ ਇਹ ਯੂਨੀਵਰਸਿਟੀ ਦੀ ਗਵਰਨਮੈਂਟ ਹੈ ਤੇ ਇਹ ਅਪਾਇੰਟਮੈਂਟ ਮੈਂ ਨਹੀਂ, ਉਹਨਾਂ ਨੇ ਕੀਤੀ ਹੈ। ਬਿਲਕੁਲ ਗਲਤ ਹੈ। ਅਪਾਇੰਟਮੈਂਟ ਗਵਰਨਿੰਗ ਬਾਡੀ ਡੀਏਵੀ ਕਾਲਜ ਨੇ ਕੀਤੀ ਹੈ ਜੀ, ਤੇ ਜਿਹੜੀ ਅਪਰੂਵਲ ਹੈ ਅਪਾਇੰਟਮੈਂਟ ਦੀ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਦੇ ਨੇ। ਔਰ ਇਹਦੀ ਜਿਹੜੀ ਅਪਰੂਵਲ ਹੈ ਉਹ ਬਕਾਇਦਾ ਪ੍ਰੋਫੈਸਰ ਅਰੁਣ ਕੁਮਾਰ ਗਰੋਵਰ ਜੀ ਨੇ ਹੀ ਕੀਤੀ ਹੈ। ਇਹਦਾ ਸਿੰਡੀਕੇਟ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੀ ਸਿੰਡੀਕੇਟ ਜਿਹਨੂੰ ਗਵਰਨਮੈਂਟ ਕਹਿ ਰਹੇ ਨੇ ਉਹਦਾ ਸਿਰਫ ਫੈਸਲਾ ਸੀ ਡਿਗਰੀ ਦੇ ਰਿਕੋਗਨੀਸ਼ਨ ਨਾਲ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਡਿਗਰੀ ਡੀ ਰਿਕੋਗਨਾਈਜ਼ਡ ਹੈ। ਡਿਗਰੀ ਡੀ ਰਿਕੋਗਨਾਈਜ਼ਡ ਹੈ, ਇਹ ਸਿੰਡੀਕੇਟ ਦਾ ਫੈਸਲਾ। ਲੇਕਿਨ ਡਿਗਰੀਆਂ ਦੇ ਆਧਾਰ ਤੇ ਕਾਲਜ ਦੇ ਵਿੱਚ ਲੱਗੇ ਹੋਏ ਲੈਕਚਰਰਾਂ ਨੂੰ ਅਪਰੂਵਲ ਦੇਣਾ ਜਾਂ ਨਾ ਦੇਣਾ ਇਹ ਵਾਈਸ ਚਾਂਸਲਰ ਦਾ ਪ੍ਰੈਰੋਗੇਟਿਵ ਹੈ। ਮਤਲਬ ਜਿਹਨੂੰ ਇਹ ਯਾਨੀ ਪ੍ਰੋਫੈਸਰ ਗਰੋਵਰ ਸਾਹਿਬ ਹਾਂਜੀ ਯੂਨੀਵਰਸਿਟੀ ਦੀ ਸਰਕਾਰ ਕਹਿ ਰਹੇ ਨੇ ਸਿੰਡੀਕੇਟ, ਹਾਂਜੀ ਉਹ ਸਿੰਡੀਕੇਟ ਨੇ ਕਿਹਾ ਵੀ ਸੀਐਮਜੇ ਯੂਨੀਵਰਸਿਟੀ ਤੋਂ ਤਾਲੁਕ ਰੱਖਦਾ ਕੋਈ ਵੀ ਬੱਚਾ ਜਾਂ ਉਥੋਂ ਪੜ੍ਹਿਆ ਹੋਇਆ ਟੀਚਰ ਲਈ ਅਪਲਾਈ ਕਰਦਾ ਕੋਈ ਵੀ ਕੈਂਡੀਡੇਟ, ਉਹ ਉਸ ਦੀ ਡਿਗਰੀ ਨਹੀਂ ਮੰਨੀ ਜਾਏਗੀ, ਉਸ ਨੂੰ ਨਹੀਂ ਰੱਖਿਆ ਜਾਣਾ, ਨਾ ਹੀ ਟੀਚਰ ਨਾ ਹੀ ਸਟੂਡੈਂਟ ਬਤੌਰ ਸਟੂਡੈਂਟ। ਬਿਲਕੁਲ। ਤੇ ਉਹ ਸਿੰਡੀਕੇਟ ਦੇ ਮਤਲਬ ਕਿ ਯੂਨੀਵਰਸਿਟੀ ਦੀ ਸਰਕਾਰ ਗਰੋਵਰ ਸਾਹਿਬ ਦੇ ਮੁਤਾਬਕ ਯੂਨੀਵਰਸਿਟੀ ਦੀ ਸਰਕਾਰ ਦੇ ਇਸ ਫੈਸਲੇ ਨੂੰ ਗਰੋਵਰ ਸਾਹਿਬ ਨਹੀਂ ਮੰਨਦੇ। ਇਸ ਤੋਂ ਤਾਂ ਇਹੀ ਸਪਸ਼ਟ ਹੈ ਕਿ ਗਰੋਵਰ ਸਾਹਿਬ ਨੇ ਨਹੀਂ, ਇਹ ਨਹੀਂ ਕਹਿ ਸਕਦੇ ਨਹੀਂ ਮੰਨਦੇ, ਉਹਨਾਂ ਨੇ ਫੈਸਲੇ ਨੂੰ ਮੰਨਿਆ। ਸਾਰੇ ਸਟੂਡੈਂਟਸ ਕੱਢ ਦਿੱਤੇ ਗਏ ਯੂਨੀਵਰਸਿਟੀ ਚੋਂ ਤੇ ਕਿਸੇ ਵੀ ਕਾਲਜ ਦੇ ਵਿੱਚ ਕਿਸੇ ਲੈਕਚਰ ਦੀ ਅਪਾਇੰਟਮੈਂਟ ਨਹੀਂ ਹੋਣ ਦਿੱਤੀ ਗਈ। ਸੋ ਗਰੋਵਰ ਸਾਹਿਬ ਨੇ ਸਿਵਾਏ ਮਨਦੀਪ ਜੋਸਨ ਮਤਲਬ ਕਿ ਪਾਰਸ਼ਲੀ ਮੰਨਿਆ। ਇਹ ਕਹਿ ਸਕਦੇ ਵੀ ਇਹਦੇ ਵਿੱਚ ਪ੍ਰੋਫੈਸਰ ਗਰੋਵਰ ਸਾਹਿਬ ਦਾ ਦੋਗਲਾਪਨ ਨਜ਼ਰ ਆਉਂਦਾ ਹੈ ਕਿ ਕਿੱਥੇ ਇੱਕ ਪਾਸੇ ਵੀਆਈਪੀ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਨਕਲੀ ਡਿਗਰੀਆਂ ਦੇ ਆਧਾਰ ਤੇ ਵੀ ਲੈਕਚਰਰ ਅਪਰੂਵ ਕੀਤਾ ਜਾਂਦਾ ਹੈ ਤੇ ਦੂਸਰੇ ਪਾਸੇ ਆਮ ਆਦਮੀ ਹੈ ਜਿਨ੍ਹਾਂ ਦੀ ਐਡਮਿਸ਼ਨ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਔਰ ਦੂਸਰਾ ਉਹਨਾਂ ਨੇ ਜਿਹੜੀ ਚੀਜ਼ ਕਹੀ ਕਿ ਮੈਂ ਸੈਂਕੜੋਂ ਅਪਾਇੰਟਮੈਂਟਸ ਕਰਦਾ, ਮੈਨੂੰ ਕਿੱਥੇ ਯਾਦ ਹੁੰਦਾ ਹੈ। ਇੱਥੇ ਕੁਐਸਚਨ ਸੈਂਕੜੋਂ ਅਪਾਇੰਟਮੈਂਟਸ ਦਾ ਨਹੀਂ ਹੈ, ਇੱਥੇ ਅਪਾਇੰਟਮੈਂਟ ਸਿਰਫ ਉਸ ਦਾ ਹੈ ਜਿਸ ਜਿਹੜੀ ਅੰਡਰ ਸਕੈਨਰ ਹੈ, ਜਿਸ ਦੀ ਪੀਐਚਡੀ ਫਰਜ਼ੀ ਡਿਕਲੇਅਰ ਹੋ ਚੁੱਕੀ ਹੈ। ਸੋ ਇਸ ਕਰਕੇ ਕਿੰਨੇ 100 ਅਪਾਇੰਟਮੈਂਟਸ ਉਹਨਾਂ ਨੇ ਅਪਰੂਵ ਕੀਤੀਆਂ ਜਾਂ ਕੀਤੀਆਂ ਉਹਨਾਂ ਨੂੰ ਯਾਦ ਨਾ ਹੋਵੇ, ਮੰਨਿਆ ਜਾ ਸਕਦਾ ਹੈ, ਪਰ ਜਿਹੜੀ ਅਪਾਇੰਟਮੈਂਟ ਦੇ ਵਿੱਚ ਡਿਗਰੀ ਅੰਡਰ ਕੁਐਸਚਨ ਹੈ ਇਹ ਉਹ ਕਿਵੇਂ ਭੁੱਲ ਸਕਦੇ ਨੇ। ਨਾਲੇ ਵੱਡਾ ਸਵਾਲ ਇਹ ਵੀ ਹੈ, ਮੈਂ ਦਰਸ਼ਕਾਂ ਨੂੰ ਪੁੱਛਣਾ ਚਾਹਾਂਗਾ, ਜੇ ਲਾਲੂ ਪ੍ਰਸਾਦ ਯਾਦਵ ਸਾਹਿਬ ਕਹਿਣ ਕਿ ਮੈਂ ਤਾਂ ਨਾ ਹੁਣ ਮੰਤਰੀ ਰਿਹਾ ਨਾ ਮੈਂ ਮੁੱਖ ਮੰਤਰੀ ਰਿਹਾ, ਚਾਰੇ ਘੁਟਾਲੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਕੀ ਗੱਲ ਬਣਦੀ ਹੈ? ਸਜ਼ਾ ਕੱਟ ਰਹੇ ਨੇ। ਤੇ ਗਰੋਵਰ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਰਿਟਾਇਰ ਹੋ ਗਿਆ,
ਮਤਲਬ ਉਹਨਾਂ ਦੇ ਟੈਨਿਓਰ ਦੇ ਵਿੱਚ ਹੋਇਆ ਕੋਈ ਵੀ ਘੁਟਾਲਾ ਹੈ ਕਿ ਉਸ ਦੀ ਜ਼ਿੰਮੇਵਾਰੀ ਵੀਸੀ ਸਾਹਿਬ ਦੀ ਨਹੀਂ ਬਣਦੀ, ਉਹ ਵੀ ਉਦੋਂ ਜਦੋਂ ਅਪਰੂਵਲ ਹੀ ਵੀਸੀ ਸਾਹਿਬ ਨੇ ਕੀਤੀ ਹੋਵੇ। ਸ਼ਾਇਦ ਅਸੀਂ ਇਸ ਕਰਕੇ ਕਹਿ ਰਹੇ ਸੀ ਵੀ ਇੱਥੇ ਇਕੱਲੇ ਪਿਓ ਦਾ ਰਾਜ ਨਹੀਂ, ਪਿਓ ਦੇ ਨਾਲ ਪਿਓ ਦੇ ਯਾਰਾਂ ਦੋਸਤਾਂ ਦਾ ਵੀ ਪੂਰਾ ਰਾਜ ਹੈ। ਸਰ ਤੁਸੀਂ ਇੱਕ ਸੁਪਰੀਮ ਕੋਰਟ ਦੀ ਗੱਲ ਕੀਤੀ ਸੀ, ਸੁਪਰੀਮ ਕੋਰਟ ਦੇ ਆਰਡਰ ਦੀ। ਹਾਂਜੀ। ਕੀ ਮੈਡਮ ਮਨਦੀਪ ਜੌਸਨ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ, ਜਿਵੇਂ ਉਹਨਾਂ ਨੇ ਕਿਹਾ ਜੀ ਸਰਕਾਰ ਨੂੰ ਲਿਖ ਲਓ ਵੈਲੀਡੇਸ਼ਨ ਦੇ ਲਈ, ਉਹਨਾਂ ਨੇ ਲਿਖਿਆ ਕਿ ਨਹੀਂ ਲਿਖਿਆ? ਹਾਂਜੀ, ਐਕਚੁਅਲੀ ਇਹਨਾਂ ਨੇ ਸੁਪਰੀਮ ਕੋਰਟ ਦੇ ਉਸ ਆਰਡਰ ਤੋਂ ਬਾਅਦ ਬਕਾਇਦਾ ਮੇਘਾਲਿਆ ਸਰਕਾਰ ਨੂੰ ਐਪਲੀਕੇਸ਼ਨ ਦਿੱਤੀ। ਮੇਰਾ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਜੇ ਤਾਂ ਇਹਨਾਂ ਨੇ ਲਿਖਿਆ ਹੁੰਦਾ ਤੇ ਵੈਲਿਡ ਇਹਨਾਂ ਕੋਲ ਆ ਜਾਂਦਾ, ਲਿਖਿਆ ਹੋਇਆ ਵੈਲਿਡ, ਤਾਂ ਦਾ ਇਹਨਾਂ ਨੇ ਮੈਨੂੰ ਹੁਮਾ ਕੇ ਦੱਸ ਦੇਣਾ ਸੀ। ਹਾਂਜੀ। ਹੁਣ ਪਿਤਾ ਜੀ ਵੀ ਭੱਜ ਗਏ ਸਵਾਲ ਤੋਂ, ਹਾਂਜੀ, ਬੇਟੀ ਵੀ ਭੱਜ ਗਈ ਸਵਾਲ ਤੋਂ। ਹਾਂਜੀ। ਤਾਂ ਇਸ ਕਰਕੇ ਮੇਰੇ ਜ਼ਿਹਨ 'ਚ ਸਵਾਲ ਆਇਆ ਹੈ ਵੀ ਇਹਨਾਂ ਨੇ ਲਿਖਿਆ ਵੀ ਸੀ ਜਾਂ ਜ਼ਰੂਰਤ ਸਮਝੀ ਹੋਈ ਨਹੀਂ? ਨਹੀਂ, ਇਹਨਾਂ ਨੂੰ ਪਤਾ ਸੀ ਕਿ ਇਸ ਮਾਮਲੇ ਨੂੰ ਲਟਕਾ ਕੇ ਨੌਕਰੀ 'ਚ ਬਣੇ ਰਹਿਣ ਲਈ ਕੁਛ ਨਾ ਕੁਛ ਕਹਾਣੀ ਬਣਾਣੀ ਪਏਗੀ। ਇਸ ਕਰਕੇ ਇਹਨਾਂ ਨੇ ਉੱਥੇ ਰਿਪਰੈਜ਼ੈਂਟੇਸ਼ਨ ਦਿੱਤੀ ਤੇ ਯੂਨੀਵਰਸਿਟੀ ਦੀ ਸੈਨੇਟ ਸਿੰਡੀਕੇਟ ਦੇ ਵਿੱਚ ਇਹ ਕਹਿ ਕੇ ਮਾਮਲਾ ਲਟਕਾਉਂਦੇ ਰਹੇ ਕਿ ਜੀ ਸਾਡਾ ਜਿਹੜਾ ਕੇਸ ਹੈ ਉਹ ਅਜੇ ਮੇਘਾਲਿਆ ਸਰਕਾਰ ਦੇ ਵਿਚਾਰਾਧੀਨ ਹੈ। ਕਿਹੜੀ ਮੇਘਾਲਿਆ ਸਰਕਾਰ? ਜਿੱਥੇ ਇਹਨਾਂ ਨੇ 8 ਮਾਰਚ 2014 ਨੂੰ ਐਪਲੀਕੇਸ਼ਨ ਦਿੱਤੀ ਜੀ, 25 ਮਾਰਚ 2014 ਨੂੰ ਇਹ ਬਕਾਇਦਾ ਉੱਥੇ ਇੰਟਰਵਿਊ ਦੇਣ ਗਏ, ਜਿੱਥੇ ਇਹਨਾਂ ਦੇ ਸਾਰੇ ਪੇਪਰ ਦੇਖੇ ਗਏ ਅਤੇ ਉਸ ਤੋਂ ਬਾਅਦ 31 ਮਾਰਚ ਨੂੰ ਉੱਥੋਂ ਦਾ ਫੈਸਲਾ ਆ ਗਿਆ ਕਿ ਤੁਹਾਡੀ ਡਿਗਰੀ ਇਨਵੈਲਿਡ ਹੈ, ਨਾਟ ਵੈਲਿਡ ਹੈ। ਇਹ ਆਰਡਰ ਮੇਘਾਲਿਆ ਸਰਕਾਰ ਦਾ ਤੁਸੀਂ ਦੇਖ ਸਕਦੇ ਹੋ, ਇਹ ਗਵਰਨਮੈਂਟ ਆਫ ਮੇਘਾਲਿਆ ਦਾ ਆਰਡਰ ਹੈ ਜਿਹਦੇ ਵਿੱਚ ਲਿਖਿਆ ਹੈ ਰਿਕਮੈਂਡੇਸ਼ਨ ਨਾਟ ਵੈਲਿਡ, ਅੱਗੇ ਲਿਖਿਆ ਹੈ ਇਨਵੈਲਿਡ, ਨੀਚੇ ਜੁਆਇੰਟ ਸੈਕਟਰੀ ਗਵਰਨਮੈਂਟ ਆਫ ਮੇਘਾਲਿਆ ਦੇ ਬਕਾਇਦਾ ਦਸਤਖਤ। ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਜ਼ੂਮ ਕਰਕੇ ਜ਼ਰੂਰ ਦਿਖਾਵੇ। ਨੇਮ ਆਫ ਸਟੂਡੈਂਟ ਮਨਦੀਪ ਜੌਸਨ, ਰਜਿਸਟ੍ਰੇਸ਼ਨ ਨੰਬਰ ਵੀ ਇੱਥੇ ਲਿਖਿਆ ਗਿਆ ਹੈ ਤੇ ਰਜਿਸਟ੍ਰੇਸ਼ਨ ਨੰਬਰ ਇਹ ਉਹੀ ਹੈ ਜਿਹੜਾ ਕਿ ਇਸ ਰਸੀਦ ਦੇ ਉੱਤੇ ਲਿਖਿਆ ਗਿਆ ਸੀ, ਯਾਨੀ ਕਿ 80-187 21-011 0160 ਤੇ ਕੋਰਸ ਕਿਹੜਾ ਹੈ PhD ਤੇ ਥੱਲੇ ਰਿਕਮੈਂਡੇਸ਼ਨ ਕੀ ਦਿੱਤੀ ਹੋਈ ਹੈ ਜੀ, ਨਾਟ ਵੈਲਿਡ। ਵੀ ਕਿਤੇ ਕਈ ਵਾਰ ਹੁੰਦਾ ਬੰਦੇ ਨੂੰ ਸਮਝ ਨਹੀਂ ਆਉਂਦੀ, ਇਸ ਕਰਕੇ ਇਹਨਾਂ ਨੇ ਇਨਵੈਲਿਡ ਦੁਬਾਰਾ ਲਿਖਤਾ। ਤੇ 31 ਮਾਰਚ 2014 ਦੀ ਜੁਆਇੰਟ ਸੈਕਟਰੀ ਆਫ ਦ ਗਵਰਨਮੈਂਟ ਆਫ ਮੇਘਾਲਿਆ ਐਜੂਕੇਸ਼ਨ ਡਿਪਾਰਟਮੈਂਟ ਦੀ ਮੋਹਰ ਲਾ ਕੇ ਇਹ ਦਿੱਤੀ ਗਈ ਹੈ ਤੇ ਨਾਲ ਇੱਕ ਹੋਰ ਮੋਹਰ ਵੀ ਲੱਗੀ ਹੈ, ਸਾਈਨ ਹੋਏ ਹੋਏ ਨੇ ਡਾਇਰੈਕਟਰ ਆਫ ਹਾਇਰ ਐਂਡ ਟੈਕਨੀਕਲ ਐਜੂਕੇਸ਼ਨ ਮੇਘਾਲਿਆ। ਤੇ ਇਸ ਤੋਂ ਮਤਲਬ ਇਹ ਸਾਬਤ ਹੋ ਗਿਆ ਕਿ ਇਨਵੈਲਿਡ ਹੈਗੀ ਹੈ ਔਰ ਬਕਾਇਦਾ ਇਹ ਵੀ ਨਹੀਂ ਮੁਕਰਿਆ ਜਾ ਸਕਦਾ। ਮੈਡਮ ਕਹਿ ਦੇਣ ਕਿ ਮੈਂ ਤਾਂ ਜੀ ਮੈਨੂੰ ਤਾਂ ਮਿਲਿਆ ਹੀ ਨਹੀਂ, ਇਸ ਤੋਂ ਅੱਗੇ ਮੈਨੂੰ ਤਾਂ ਚਿੱਠੀ ਮਿਲੀ ਹੋਈ ਨਹੀਂ। ਇਹ ਵੀ ਇਹਨਾਂ ਨੇ ਇਸ਼ਾਰਾ ਕੀਤੀ ਕਿ ਜਿੱਥੇ ਇੱਕ ਪਾਸੇ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਇਹਨਾਂ ਦੀ ਅਪਰੂਵਲ ਨੂੰ ਰਿਜੈਕਟ ਹੋਣ ਤੋਂ ਇਸ ਗਰਾਊਂਡ ਤੇ ਉਹਦਾ ਰੋਕਦੇ ਰਹੇ ਕਿ ਇਹਨਾਂ ਦਾ ਕੇਸ ਅਜੇ ਮੇਘਾਲਿਆ ਸਰਕਾਰ ਨੇ ਫੈਸਲਾ ਦੇਣਾ। ਦੂਜੇ ਪਾਸੇ ਸੱਚ ਇਹ ਸੀ ਕਿ ਇਹ ਤੁਸੀਂ ਦੇਖ ਰਹੇ ਹੋ 21 ਜੁਲਾਈ 2014 ਨੂੰ 22 ਰਜਿਸਟਰਡ ਪੋਸਟ ਗਵਰਨਮੈਂਟ ਦਾ ਇਹ ਆਰਡਰ ਮੇਘਾਲਿਆ ਤੋਂ ਚੰਡੀਗੜ੍ਹ ਇਹਨਾਂ ਦੇ ਘਰ ਪਹੁੰਚਾ ਦਿੱਤਾ ਗਿਆ ਸੀ। ਇਹ ਮੇਘਾਲਿਆ ਸਰਕਾਰ ਨੇ ਮੈਨੂੰ ਸਰਟੀਫਾਈਡ ਕਾਪੀ ਦਿੱਤੀ ਹੈ ਰਜਿਸਟਰੀ ਦੀ ਰਸੀਦ ਦੀ ਕਿ ਆਰਡਰ ਬਕਾਇਦਾ ਇਹਨਾਂ ਨੂੰ ਮਿਲਿਆ, ਜਿਹੜਾ ਕਿ ਇਹਨਾਂ ਨੇ ਕਿਤੇ ਵੀ ਸੈਨੇਟ ਸਿੰਡੀਕੇਟ ਦੀਆਂ ਪ੍ਰੋਸੀਡਿੰਗਸ ਦੇ ਵਿੱਚ ਮੀਟਿੰਗਸ ਦੇ ਵਿੱਚ ਉਜਾਗਰ ਨਹੀਂ ਕੀਤਾ ਤਾਂ ਕਿ ਨੌਕਰੀ ਵਿੱਚ ਬਣੇ ਰਹਿਣ। ਮਤਲਬ ਸਿੰਗਲਾ ਸਾਹਿਬ ਹੁਣ ਜਦੋਂ ਤੱਕ ਮੈਡਮ ਮਨਦੀਪ ਜੌਸਨ ਜਾਲੀ ਡਿਗਰੀ ਮੰਨ ਨਹੀਂ ਲੈਂਦੇ ਆਪਣੀ PhD ਦੀ, ਤੁਸੀਂ ਵੀ ਹਟਦੇ ਨਹੀਂ। ਸਰ ਨੇ ਬਕਾਇਦਾ ਜਿਹੜੀ ਰਜਿਸਟਰਡ ਪੋਸਟ ਦਾ ਜਿਹੜੀ ਸਲਿੱਪ ਹੁੰਦੀ ਹੈ ਸਰਕਾਰ ਨੇ ਕੀਤੀ ਸੀ, ਮੇਘਾਲਿਆ ਸਰਕਾਰ ਨੇ ਉਸ ਦੀ ਸਰਟੀਫਾਈਡ ਕਾਪੀ ਵੀ ਸਿੰਗਲਾ ਸਾਹਿਬ ਨੇ ਰੱਖੀ ਹੈ, ਜੋ ਕਿ ਸਰਕਾਰ ਨੇ ਇਹਨਾਂ ਨੂੰ ਭੇਜੀ ਹੈ RTI ਦੇ ਮਾਧਿਅਮ ਦੇ ਨਾਲ। ਥੱਲੇ ਡਾਇਰੈਕਟਰ ਆਫ ਹਾਇਰ ਐਂਡ ਟੈਕਨੀਕਲ ਐਜੂਕੇਸ਼ਨ ਮੇਘਾਲਿਆ ਵੀ ਸਰਕਾਰ ਨੇ ਕਿਹਾ ਵੀ ਅਸੀਂ ਡਿਪਾਰਟਮੈਂਟ ਨੇ ਕਹਿਤਾ ਮੇਘਾਲਿਆ ਦੇ ਨੇ ਵੀ ਅਸੀਂ ਤਾਂ ਭੇਜੀ ਹੈ ਜੀ ਉਹਨਾਂ ਨੂੰ ਇਹ ਲਿਖ ਕੇ, ਇਹ ਜਿਹੜੇ ਇਨਵੈਲਿਡ ਵਾਲੀ ਜਾਂ ਨਾਟ ਵੈਲਿਡ ਵਾਲੀ ਰਿਕਮੈਂਡੇਸ਼ਨ ਲਿਖ ਕੇ ਭੇਜ ਦਿੱਤੀ ਹੈ ਵੀ ਮੈਡਮ ਮਨਦੀਪ ਜੌਸਨ ਜੀ ਤੁਹਾਡੀ ਜਿਹੜੀ ਇਹ PhD ਡਿਗਰੀ ਹੈ ਉਹ ਇਨਵੈਲਿਡ ਹੈ ਜਾਂ ਫਿਰ ਨਾਟ ਵੈਲਿਡ ਹੈ। ਸਰ ਇਸ ਦੇ ਬਾਵਜੂਦ ਵੀ ਹੁਣ ਪੜ੍ਹਾ ਰਹੇ, ਇਸ ਦੇ ਬਾਵਜੂਦ ਵੀ ਇੱਕ ਪੋਸਿਬਿਲਿਟੀ ਰਹਿੰਦੀ ਸੀ ਕਿ ਹੋ ਸਕਦਾ ਉਹਨਾਂ ਨੇ ਇਸ ਫੈਸਲੇ ਨੂੰ ਕਿਤੇ ਚੈਲੰਜ ਕੀਤਾ ਹੋਵੇ, ਫਾਈਨਲ ਨਾ ਹੋਵੇ। ਉਹ ਵੀ ਮੇਘਾਲਿਆ ਸਰਕਾਰ ਨੇ ਸਪਸ਼ਟ ਕਰ ਦਿੱਤਾ ਗਿਆ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਟੋਟਲ ਕਿੰਨੇ ਲੋਕ ਸੀ ਜਿਨ੍ਹਾਂ ਨੇ ਤੁਹਾਨੂੰ ਆਪਣੀ ਡਿਗਰੀ ਦੀ ਵੈਲੀਡੇਸ਼ਨ ਲਈ ਰਿਪਰੈਜ਼ੈਂਟੇਸ਼ਨ ਦਿੱਤੀ, ਤਾਂ ਜਵਾਬ ਆਇਆ 3592। ਕਿੰਨਿਆਂ ਦੀਆਂ ਡਿਗਰੀਆਂ ਰਿਜੈਕਟ ਹੋਈਆਂ, ਇਨਵੈਲਿਡ ਡਿਕਲੇਅਰ ਹੋਈਆਂ? ਜਵਾਬ ਆਇਆ 3592। ਜੈਨੂਨ ਕਿਹਦੀ ਹੈ? ਨਿਲ। ਸੋ ਇੱਥੋਂ ਫਰਦਰ ਕਲੈਰੀਫਾਈ ਹੁੰਦਾ ਕਿ ਕੋਈ ਵੀ ਵਿਅਕਤੀ ਇਹ ਕਲੇਮ ਨਹੀਂ ਕਰ ਸਕਦਾ ਕਿ ਮੈਂ ਉਸ ਦੇ ਵਿੱਚ ਕਵਰ ਨਹੀਂ ਤਾਂ ਹਰ ਇੱਕ ਵਿਅਕਤੀ ਦੀ ਡਿਗਰੀ ਇਨ ਜੈਨੂਨ ਡਿਕਲੇਅਰ ਕਰ ਦਿੱਤੀ ਗਈ। ਮਤਲਬ ਕਿ ਸਰਕਾਰੀ ਤੌਰ ਤੇ ਫੈਸਲਾ ਹੋ ਚੁੱਕਿਆ ਹੈ, ਐਲਾਨ ਹੋ ਚੁੱਕਿਆ ਹੈ ਕਿ 3592 ਬੱਚਿਆਂ ਨੇ ਅਪਲਾਈ ਕੀਤਾ ਸੀਗਾ ਵੈਲੀਡੇਸ਼ਨ ਦੇ ਲਈ, ਜਿਨ੍ਹਾਂ ਚੋਂ ਮਨਦੀਪ ਜੌਸਨ, ਜਿਨ੍ਹਾਂ ਦੇ ਵਿੱਚੋਂ ਮੈਡਮ ਮਨਦੀਪ ਜੌਸਨ ਵੀ ਇੱਕ ਸਨ। ਤੇ ਉਹਨਾਂ ਵਿੱਚੋਂ ਟੋਟਲ ਨੰਬਰ ਆਫ ਡਿਗਰੀਜ਼ ਹੈਲਡ ਵੈਲਿਡ ਕਿੰਨੀਆਂ ਨੇ ਜੋ ਵੈਲਿਡ ਪਾਈਆਂ ਗਈਆਂ? ਨਿਲ।
NIL ਨਿਲ, ਯਾਨੀ ਕਿ ਇੱਕ ਵੀ ਡਿਗਰੀ ਵੈਲਿਡ ਨਹੀਂ ਪਾਈ ਗਈ ਤੇ ਇਹਨਾਂ 3592 ਬੱਚਿਆਂ ਦੇ ਵਿੱਚ ਮੈਡਮ ਮਨਦੀਪ ਜੌਹਸਨ ਵੀ ਸ਼ਾਮਲ ਨੇ। ਸਰ ਮੈਡਮ ਪੜ੍ਹਾ ਰਹੇ ਨੇ ਹੁਣ ਕਿਤੇ? ਹਾਂਜੀ, ਅੱਜ ਵੀ ਪੜ੍ਹਾ ਰਹੇ ਨੇ। ਤੇ ਉੱਥੇ ਜਿੱਥੇ ਪੜ੍ਹਾ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਮੈਡਮ ਕੋਲ PhD ਡਿਗਰੀ ਜਿਹੜੀ ਹੈਗੀ ਉਹ ਜਾਲੀ ਡਿਗਰੀ ਹੈ? ਹੁਣ ਤਾਂ ਮੇਰੇ ਖਿਆਲ ਸ਼ਾਇਦ ਦੇਸ਼ ਦੇ ਵਿੱਚ ਹੀ ਕੋਈ ਨਾ ਹੋਵੇ ਜਿਹਨਾਂ ਨੂੰ ਨਾ ਪਤਾ ਹੋਵੇ ਕਿ ਇਹ ਜਾਲੀ ਡਿਗਰੀ ਦੇ ਪੜ੍ਹਾ ਰਹੇ ਨੇ, ਕਿਉਂਕਿ ਇਹ ਮਾਮਲਾ ਬਾਰ-ਬਾਰ 2009 ਤੋਂ ਲੈ ਕੇ ਹੁਣ ਤੱਕ ਅਖਬਾਰਾਂ 'ਚ ਛਪਿਆ, ਸੈਨੇਟ ਸਿੰਡੀਕੇਟ ਦੀਆਂ ਪ੍ਰੋਸੀਡਿੰਗ 'ਚ ਆਇਆ, ਕਈ ਜਗ੍ਹਾ ਤੇ ਮੈਂ ਪੁਲਿਸ ਦੇ ਵਿੱਚ, ਵਿਜੀਲੈਂਸ 'ਚ, CBI 'ਚ ਕੰਪਲੇਂਟ ਦਿੱਤੀ। ਸੋ ਇਸ ਕਰਕੇ ਮੇਰਾ ਨਹੀਂ ਖਿਆਲ ਹੈ ਕਿ ਕਿਸੇ ਨੂੰ ਪਤਾ ਨਾ ਹੋਵੇ ਕਿ ਉਹ ਅੱਜ ਵੀ ਉਸੇ ਫਰਜ਼ੀ ਡਿਗਰੀ ਦੇ ਆਧਾਰ ਤੇ ਕੰਪਲੇਂਟਾਂ ਤਾਂ ਬਣਿਆ ਕੁਝ ਜਿਹੜੀਆਂ ਤੁਸੀਂ ਵਿਜੀਲੈਂਸ ਨੂੰ ਜਾਂ ਕਿਤੇ ਹੋਰ ਨਹੀਂ, ਕੰਪਲੇਂਟਾਂ ਬਹੁਤ ਪਾਈਆਂ ਪਰ ਹਜੇ ਤੱਕ ਕਿਤੋਂ ਕੋਈ ਕਾਰਵਾਈ ਨਹੀਂ ਹੋਈ। ਸਿਰਫ ਇੰਨਾ ਜ਼ਰੂਰ ਹੋਇਆ ਸੀ ਕਿ ਮੇਰੀਆਂ ਸੈਨੇਟ ਸਿੰਡੀਕੇਟ ਦੇ ਵਿੱਚ ਪਾਈਆਂ ਹੋਈਆਂ, ਯੂਨੀਵਰਸਿਟੀ ਦੇ ਵਿੱਚ ਪਾਈਆਂ ਹੋਈਆਂ ਸ਼ਿਕਾਇਤਾਂ ਦੇ ਆਧਾਰ ਤੇ ਇੱਕ ਸਟੇਜ ਆ ਗਈ ਸੀ ਕਿ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰੁਣ ਕੁਮਾਰ ਗਰੋਵਰ ਦੇ ਨਾ ਚਾਹੁਣ ਦੇ ਬਾਵਜੂਦ ਵੀ, ਉਹ ਕਦੇ ਵੀ ਨਹੀਂ ਚਾਹੁੰਦੇ ਸੀ ਕਿ ਇਸ ਮਾਮਲੇ ਤੇ ਕੋਈ ਕਾਰਵਾਈ ਹੋਵੇ, ਇਸ ਦੇ ਬਾਵਜੂਦ ਵੀ ਯੂਨੀਵਰਸਿਟੀ ਨੂੰ ਇੱਕ ਕਮੇਟੀ ਬਣਾਉਣੀ ਪਈ ਸੀ ਤੇ ਉਸ ਕਮੇਟੀ ਨੂੰ ਮੇਘਾਲਿਆ ਭੇਜਣਾ ਪਿਆ ਸੀ ਕਿ ਤੁਸੀਂ ਉੱਥੇ ਜਾ ਕੇ ਚੈੱਕ ਕਰੋ ਕਿ ਕੀ ਵਕਾਇਦਾ ਰਜਿੰਦਰ ਸਿੰਘਲਾ ਦੁਆਰਾ ਕਾਗਜ਼ ਦਿੱਤੇ ਗਏ ਕਾਗਜ਼ ਸੱਚੇ ਨੇ ਜਾਂ ਝੂਠੇ ਨੇ। ਸੋ ਯੂਨੀਵਰਸਿਟੀ ਦੀ ਕਮੇਟੀ ਬਣੀ ਜਿਹੜੀ ਮੇਘਾਲਿਆ ਗਈ, ਮੇਘਾਲਿਆ ਸਰਕਾਰ ਨੂੰ ਮਿਲੀ, ਉੱਥੋਂ ਰਿਪੋਰਟ ਬਣਾ ਕੇ ਸਾਰੇ ਪ੍ਰੂਫ ਲਿਆਂਦੇ। ਉਸ ਤੋਂ ਬਾਅਦ 29/11/2018 ਨੂੰ ਉਸ ਕਮੇਟੀ ਦੀ ਰਿਪੋਰਟ ਪੰਜਾਬ ਯੂਨੀਵਰਸਿਟੀ ਨੂੰ ਦਿੱਤੀ ਗਈ, ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਹਾਂ ਕਿ ਮੇਰੇ ਕਾਗਜ਼ਾਤ ਬਿਲਕੁਲ ਠੀਕ ਨੇ ਔਰ ਇਹ ਡਿਗਰੀ ਫਰਜ਼ੀ ਹੈ ਤੇ ਇਸ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ 8 ਦਸੰਬਰ 2018 ਨੂੰ ਸਿੰਡੀਕੇਟ ਦੀ ਮੀਟਿੰਗ ਦੇ ਵਿੱਚ ਰਿਪੋਰਟ ਆਈ, ਇਹਨੂੰ ਐਕਸੈਪਟ ਕਰ ਲਿਆ ਗਿਆ ਅਤੇ ਉਸ ਟਾਈਮ ਦੇ ਵਾਈਸ ਚਾਂਸਲਰ ਜਿਹੜੇ ਅੱਜ ਵੀ ਨੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਇਸ ਮਾਮਲੇ ਤੇ ਕਾਰਵਾਈ ਕਰਨ। ਅੱਜ ਲਗਭਗ 4 ਸਾਲ ਕੰਪਲੀਟ ਹੋਣ ਜਾ ਰਹੇ ਨੇ, ਕਿਸੇ ਨੂੰ ਨਹੀਂ ਪਤਾ ਕਿ VC ਸਾਹਿਬ ਨੇ ਕੀ ਕੰਪਲੇਂਟ ਕੀਤੀ। ਲੀਗਲ ਓਪੀਨੀਅਨ ਵਾਸਤੇ ਬੰਦਾ ਨਹੀਂ ਲੱਭਿਆ ਲੈਣ ਨੂੰ ਕੋਈ ਇਹਨਾਂ ਨੂੰ? ਵੈਸੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਫੀ ਸੀਨੀਅਰ ਜੂਨੀਅਰ ਲੀਗਲ ਆਫੀਸਰਸ ਨੇ, ਪੂਰਾ ਇੱਕ ਲੀਗਲ ਸੈੱਲ ਹੈ। ਹੈਰਾਨੀ ਦੀ ਤਾਂ ਗੱਲ ਇਹ ਹੈ ਕਿ ਜੇ 4-4 ਸਾਲਾਂ ਤੱਕ ਪੰਜਾਬ ਯੂਨੀਵਰਸਿਟੀ ਲੀਗਲ ਓਪੀਨੀਅਨ ਹੀ ਨਹੀਂ ਲੈ ਸਕਦੀ ਉਸ ਸ਼ਹਿਰ ਦੇ ਵਿੱਚ ਜਿੱਥੇ ਹਾਈ ਕੋਰਟ, ਡਿਸਟ੍ਰਿਕਟ ਕੋਰਟ ਸਭ ਕੁਝ ਹੋਵੇ, ਤਾਂ ਘੱਟੋ ਘੱਟ ਲੀਗਲ ਸੈਲਰ ਬਣਾਉਣ ਦੀ ਕੀ ਜ਼ਰੂਰਤ ਹੈ? ਪਬਲਿਕ ਫੰਡ ਚੋਂ ਲੋਕਾਂ ਨੂੰ ਲੀਗਲ ਓਪੀਨੀਅਨ ਲਈ ਤਨਖਾਹ ਦੇਣ ਦੀ ਕੀ ਜ਼ਰੂਰਤ ਹੈ ਜੇ 4-4 ਸਾਲ ਦੇ ਵਿੱਚ ਤਾਂ ਲੀਗਲ ਓਪੀਨੀਅਨ ਹੀ ਨਹੀਂ ਲਏ ਜਾਂਦੇ? ਬਿਲਕੁਲ, ਵਾਕਈ ਮਾਮਲਾ ਬੜਾ ਸੰਗੀਨ ਹੈ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਇਸ ਐਸੇ ਮਾਮਲੇ, ਸੰਗੀਨ ਮਾਮਲੇ ਤੇ ਚਾਨਣ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਿੰਗਲਾ ਜੀ। ਡਾਕਟਰ RK ਸਿੰਗਲਾ ਜੀ, ਬਹੁਤ ਵੱਡਾ ਸਵਾਲ ਹੈ, ਪਹਿਲਾ ਸੀਮੈਂਟ ਘੁਟਾਲਾ ਤੇ ਹੁਣ ਦੂਜਾ ਫਰਜ਼ੀ ਡਿਗਰੀ ਘੁਟਾਲਾ ਕਹਿ ਲਓ ਜਾਂ ਫਰਜ਼ੀ ਡਿਗਰੀ ਦਾ ਇੱਕ ਬਹੁਤ ਵੱਡਾ ਮਾਮਲਾ ਕਹਿ ਲਓ। ਪਰ ਸਵਾਲ ਵੱਡਾ ਇਹ ਹੈ, ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਉਹਨਾਂ ਬੱਚਿਆਂ ਨੂੰ ਵੀ ਹੈ ਤੇ ਕੇਂਦਰ ਦੇ ਵਿੱਚ ਬੈਠੀ ਹਾਕਮ ਸਰਕਾਰ ਨੂੰ ਵੀ ਜੇਕਰ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਸ਼ਹਿਰ ਕਹਿਣ ਵਾਲਾ ਚੰਡੀਗੜ੍ਹ, 2 ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ, ਤੇ ਚੰਡੀਗੜ੍ਹ ਦੇ ਵਿੱਚ ਇੱਕ ਜਾਲੀ ਡਿਗਰੀ ਲੈ ਕੇ ਕੋਈ ਬੰਦਾ ਜਾਂ ਕੋਈ ਮੈਡਮ ਬੱਚਿਆਂ ਨੂੰ ਪੜ੍ਹਾ ਰਹੀ ਹੋਵੇ ਚੰਡੀਗੜ੍ਹ ਦੇ ਵਿੱਚ, ਤਾਂ ਦੂਰ ਦਰਾਡੇ ਪਿੰਡਾਂ 'ਚ ਹੋਰ ਕਸਬਿਆਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਕੀ ਹਾਲ ਹੋਣਾ ਹੈ? ਕਿ ਅਸੀਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ ਜਾਂ ਫਿਰ ਜਾਲੀ ਡਿਗਰੀਆਂ ਵਾਲੇ ਟੀਚਰਾਂ ਨੂੰ ਰੱਖ ਕੇ, ਪ੍ਰੋਫੈਸਰਾਂ ਨੂੰ ਰੱਖ ਕੇ ਬੱਚਿਆਂ ਦੇ ਭਵਿੱਖ ਦਾ ਬੇੜਾ ਗਰਕ ਕਰ ਰਹੇ ਹਾਂ? ਕਿ ਮੈਡਮ ਮਨਦੀਪ ਜੌਹਸਨ ਤੇ ਉਦੋਂ ਦੇ DAV ਕਾਲਜ ਦੇ ਪ੍ਰਿੰਸੀਪਲ ਤੇ ਇਤਫਾਕਨ ਮੈਡਮ ਮਨਦੀਪ ਜੌਹਸਨ ਦੇ ਪਿਤਾ ਤੇ ਤਤਕਾਲੀ ਪ੍ਰਿੰਸੀਪਲ DAV ਕਾਲਜ ਸੈਕਟਰ 10 ਡਾਕਟਰ BC ਜੌਹਸਨ ਤੇ ਕੀ ਪ੍ਰੋਫੈਸਰ ਗਰੋਵਰ ਸਾਹਿਬ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ? ਜਾਂ ਫਿਰ ਇਹ ਵੀ ਇਹੀ ਕਹਿ ਕੇ ਸਾਰ ਦੇਣਗੇ ਅਸੀਂ ਤਾਂ ਰਿਟਾਇਰ ਹੋ ਗਏ? ਬਹੁਤ ਵੱਡਾ ਸਵਾਲ ਹੈ। ਆਖਿਰ ਬੱਚਿਆਂ ਦੇ ਭਵਿੱਖ ਦਾ ਕੀ ਬਣੇਗਾ ਜੇਕਰ ਪੜ੍ਹਾਉਣ ਵਾਲੇ ਹੀ ਜਾਲੀ ਡਿਗਰੀਆਂ ਲੈ ਕੇ ਪੜ੍ਹਾਉਣਗੇ, ਉਹ ਵੀ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।